संगत, आपने ਹੁਣ तक गुरबाणी के कीर्तन का और विचारों का लाभ उठाया है। समय नूं सफला किया है, क्योंकि समा वही सफला है जो प्रभु वाहिगुरू की याद में गुजरता है। बाकी समा सफला नहीं। उम्र ओहा विच लेखे दे जो याद साईं विच गुजरे पाउंदी मुजरे। नहीं तो सानू हासिल की है विच नीले हुजरे संजते फजरे। सो वो समा लेखे विच जो वाहिगुरू की याद विच गुजरता है। हुण तक बाणी और कीर्तन विचारों का लाभ उठाया। थोड़ा जिहा समा होर जो अपने पास है, इसनूं भी सफला करो। इस दे वास्ते लोड़ है ख्याल नूं बाहरों रोक के रखो। बच्चों नूं चुप रखण दी लोड़ है, क्योंकि इत्थे कीर्तन ते विचार हुंदी है। थोड़ी जी आवाज़, थोड़ा जिहा खड़का भी उत्थे बड़ा पारा विघनकारी हो जाया करता। इस वास्ते बच्चों वालियां बीबियां नूं अपने आप ही बच्चों नूं चुप रखण दी खेचल करनी चाहिए है। हुण आओ शब्द विच बोलिया करो। तीन हिस्सों में बोलना। पहले दास बोलिया करेगा, फिर सारे भाई, तीसरे पासे सब बीबियां गज बज के बोलिया करो। मैं जन तेरा मोहे ना विसारो, मैं जन तेरा मोहे ना विसारो, मैं जन तेरा मोहे ना मोहे ना विसारो जी,
मैं जन तेरा, मैं जन तेरा, मोहे ना विसारो, मैं जन तेरा, मैं जन मोहे ना विसारो, मैं जन तेरा, मैं जन, मोहे ना विसारो, मैं जन तेरा, मैं जन तेरा। मैं जन तेरा, मैं जन तेरा, मैं जन तेरा, मैं जन तेरा। मैं जन तेरा, मैं जन तेरा, मैं जन तेरा, मैं जन तेरा। मोहे ना विसारो, मैं जन तेरा, मैं जन, मोहे ना विसारो, मैं जन तेरा, मैं जन तेरा। मेरी हरो विपत जन करो सुभाई, चरण न छाडो शरीर कल जाई। कै रविदास परों तेरी सांभा, बेग मिलो जन कर न बिलांभा। मोहे ना विसारो जी, मैं जन तेरा, मैं जन तेरा। मोहे ना विसारो, मैं जन तेरा, मैं जन तेरा।
ਗੱਲਾਂ ਨੂੰ ਬਾਹਰੋਂ ਰੋਕਣ ਦੀ ਖੇਚਲ ਕਰੋ। ਸਤਸੰਗੀ ਪੁਰਸ਼ ਵਾਸਤੇ ਪੂਰਾ ਲਾਭ ਉਠਾਉਣਾ ਹੋਵੇ ਤਾਂ 3 ਸੁਨਹਿਰੀ ਅਸੂਲ ਦੱਸੇ ਹਨ। ਸ਼ਰਧਾ, ਦੂਸਰਾ ਨਿਰਮਾਣਤਾ, ਤੀਸਰਾ ਚਿੱਤ ਦੀ ਇਕਾਗਰਤਾ। ਇਹਨਾਂ ਤਿੰਨਾਂ ਗੁਣਾਂ ਨੂੰ ਮੁੱਖ ਰੱਖ ਕੇ ਜੋ ਸਤਸੰਗ ਕਰਨ ਦਾ ਆਦੀ ਹੈ, ਸਤਸੰਗ ਕਰਨ ਦਾ ਸੁਭਾਅ ਬਣਾ ਲਿਆ ਜਿਸਨੇ, ਉਸਦੇ ਜਨਮ ਦੀ ਸਫਲਤਾ ਵਿੱਚ ਕੋਈ ਸੰਸਾ ਨਹੀਂ ਹੁੰਦਾ। ਉਹ ਪੂਰਾ ਸਤਸੰਗ ਤੋਂ ਲਾਭ ਉਠਾਇਆ ਕਰਦਾ ਹੈ। ਸਕੂਲਾਂ ਕਾਲਜਾਂ ਤੋਂ ਬਿਨਾਂ ਜਿਵੇਂ ਦੁਨਿਆਵੀ ਵਿੱਦਿਆ, ਦੁਨਿਆਵੀ ਐਜੂਕੇਸ਼ਨ ਪ੍ਰਾਪਤ ਨਹੀਂ ਹੁੰਦੀ, ਇਸੀ ਤਰ੍ਹਾਂ ਹੀ ਸਤਸੰਗ ਤੋਂ ਬਿਨਾਂ ਸਤ ਦੇ ਪਾਸੇ ਦੀ ਵਿੱਦਿਆ, ਯਾਨੀ ਪਰਮਾਰਥਕ ਵਿੱਦਿਆ, ਰੱਬ ਦੇ ਪਾਸੇ ਦੀ, ਸਤ ਦੇ ਪਾਸੇ ਦੀ ਸੋਝੀ ਨਹੀਂ ਪਿਆ ਕਰਦੀ। ਇਸ ਵਾਸਤੇ ਮਾਨਵ ਤਨ ਧਾਰ ਕੇ ਜਿਸ ਮਾਨਵ ਤਨ ਦਾ ਅਸਲ ਮੁੱਖ ਪ੍ਰਯੋਜਨ ਭਈ ਪ੍ਰਾਪਤ ਮਾਨਵ ਪ੍ਰਿਆ, ਗੋਬਿੰਦ ਮਿਲਣ ਕੀਏ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਅਜ ਕੇਵਲ ਨਾਮ। ਮੁੱਖ ਉਦੇਸ਼ ਜਿਸ ਦਾ ਇਹ ਕੁਛ ਹੈ, ਉਸ ਦੇ ਵਾਸਤੇ ਪਹਿਲਾ ਸਾਧਨ ਸਤਸੰਗ ਹੀ ਦੱਸਿਆ। ਸਤਸੰਗ ਦੁਆਰਾ ਹੀ ਬੜੇ ਬੜੇ ਨਿਸ਼ਿੱਧ ਪੁਰਸ਼ ਜੋ ਠੱਗ, ਡਾਕੂ, ਥਾੜਵੀ, ਦੁਰਾਚਾਰੀ ਉੱਚ ਪਦਵੀਆਂ ਨੂੰ ਪ੍ਰਾਪਤ ਹੋਏ ਹਨ। ਮਾਨਵ ਤਨ ਸਫਲੇ ਕੀਤੇ, ਅੱਜ ਤੱਕ ਉਹਨਾਂ ਦੇ ਨਾਮ ਅਮਰ 'ਤੇ ਅਟਲ ਹਨ। ਆਪ ਤਰੇ ਕੁਲਾਂ ਤਰੀਆਂ, ਇੱਕ ਦੇ ਪਿੱਛੇ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਦਾ ਉਧਾਰ ਪਾਇਆ। ਇਸ ਵਾਸਤੇ ਸਤਸੰਗ ਦੀ ਮਹਿਮਾ ਕਥਨੀ ਹੈ। ਤਦੇ ਹੀ ਸਾਹਿਬ ਗੁਰੂ ਪੰਚਮ ਪਾਤਸ਼ਾਹ ਸਤਸੰਗ ਦੀ ਮਹਿਮਾ ਉੱਪਰ ਇੱਕ ਸ਼ਬਦ ਵਰਣਨ ਕਰਕੇ ਸਾਨੂੰ ਇਉਂ ਦੱਸਦੇ ਹਨ। ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਦੀ, ਸੁਣਿਓ ਮੇਰੇ ਮੀਤਾ ਮਹਿਮਾ ਸਤਸੰਗ ਦੀ, ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਦੀ, ਸੁਣਿਓ ਮੇਰੇ ਮੀਤਾ ਜੀ ਮਹਿਮਾ ਸਤਸੰਗ ਦੀ।
ਮੰਗਲ ਪਰਬਤ ਪਾਰ ਪਰੇ। ਖਲ ਚਤਰਵ ਕੀਤਾ ਅੰਧਲੇ ਤਿਰਭਵਨ ਸੂਝਿਆ। ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਸਾਹਿਬ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਤਸੰਗ ਦੀ ਮਹਿਮਾ ਉੱਪਰ ਵੱਡਾ ਸ਼ਬਦ ਉਚਾਰਨ ਕਰਕੇ ਸਾਨੂੰ ਪਿਆਰ ਨਾਲ ਸਮਝਾਉਂਦੇ ਹਨ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਐ ਮੇਰੇ ਮਿੱਤਰ ਜਨੋ ਪ੍ਰੇਮੀਓ, ਸਤਸੰਗ ਦੀ ਮਹਿਮਾ ਧਿਆਨ ਦੇ ਕੇ ਸੁਣੋ। ਸਤਸੰਗ ਕਰਨ ਵਾਲਾ ਪੁਰਸ਼ ਕਿਸ ਉੱਚ ਪਦਵੀ ਨੂੰ ਪ੍ਰਾਪਤ ਹੁੰਦਾ ਹੈ? ਜਿਸ ਸਤ ਵਾਹਿਗੁਰੂ ਤੋਂ ਵਿਛੜਿਆ ਹੈ, ਜਿਸ ਆਨੰਦ ਦੇ ਸਾਗਰ ਵਾਹਿਗੁਰੂ ਤੋਂ ਵਿਛੜ ਕੇ ਜੀਵ ਅਲਪਗ ਬਣ ਗਿਆ, ਦੁਖੀ ਹੋ ਗਿਆ, ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਗਿਆ, ਉਸ ਨੂੰ ਮਿਲ ਕੇ ਉਹ ਜਿਹਾ ਹੀ ਬਣ ਜਾਂਦਾ ਜਦੋਂ ਇਸ ਨੂੰ ਸਤਸੰਗ ਨਸੀਬ ਹੋਵੇ। ਸਤਿਗੁਰੂ ਨਾਨਕ ਦੇਵ ਮਹਾਰਾਜ ਅੱਜ ਸਮੁੰਦਰ 'ਤੇ ਤੁਰੇ ਜਾਂਦੇ ਨੇ। ਭਾਈ ਬਾਲਾ ਅਤੇ ਮਰਦਾਨਾ ਪਿੱਛੇ ਹਨ। ਬੜੀ ਦੇਰ ਹੋ ਗਈ ਤੁਰੇ ਜਾਂਦੇ ਨੇ। ਮਰਦਾਨਾ ਪੁੱਛਣਗੇ ਗਰੀਬ ਨਵਾਜ਼, ਅਸੀਂ ਕਾਹਤੇ ਜਾ ਰਹੇ ਹਾਂ? ਸਾਡੇ ਪੈਰਾਂ ਦੇ ਥੱਲੇ ਕੀ ਚੀਜ਼ ਹੈ? ਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਾ, ਅਸੀਂ ਮੱਛ ਦੀ ਪਿੱਠ 'ਤੇ ਜਾ ਰਹੇ ਹਾਂ। ਮਰਦਾਨਾ ਕਹਿਣ ਲੱਗਾ, ਮਹਾਰਾਜ ਕਦੇ ਚੱਲੇ ਹਾਂ, ਮੁੱਕਣ 'ਚ ਹੀ ਨਹੀਂ ਆਉਂਦਾ, ਕਿਤਨਾ ਵੱਡਾ ਕੁ ਮੱਛ ਹੈ। ਕਹਿਣ ਲੱਗੇ 100 ਮੀਲ ਲੰਬਾ ਮੱਛ ਹੈ। ਇਹ ਸੁਣ ਕੇ ਮਰਦਾਨਾ ਹੈਰਾਨ ਹੋ ਗਿਆ। 100 ਮੀਲ ਲੰਬਾ, ਇੱਦੋਂ ਵੀ ਵੱਡੇ ਵੱਡੇ ਮੱਛ ਸਮੁੰਦਰ ਵਿੱਚ ਹਨ। ਸੋ ਤੁਰੇ ਜਾਂਦੇ ਜਾਂਦੇ ਇਉਂ ਕਈ ਦੇਰ ਵਿੱਚ ਉੱਥੇ ਪਹੁੰਚੇ। ਜਿਹੜਾ 100 ਮੀਲ ਲੰਬਾ ਮੱਛ, ਉਹਦਾ ਸਿਰ ਕਿਤਨਾ ਵੱਡਾ ਹੋਣਾ। ਉਸ ਦੇ ਉੱਪਰ ਜਾ ਕੇ ਰਾਤ ਕੱਟੀ ਤਾਂ ਸਵੇਰ ਸਾਰ ਉਸਦੇ ਸਰੀਰ ਦਾ ਅੰਤ ਹੋ ਗਿਆ। ਉਹਦੇ ਸਰੀਰ ਵਿੱਚੋਂ ਰੂਹ ਨਿਕਲ ਕੇ ਆਸਮਾਨ ਦੇ ਵਿੱਚ ਰੋਸ਼ਨੀ ਹੋਈ। ਉਸਤਤੀ ਕਰਨੀ ਸ਼ੁਰੂ ਕੀਤੀ। ਮਹਾਰਾਜ ਬੜੀ ਕਿਰਪਾ ਕੀਤੀ, ਆਪਨੇ ਮੇਰੇ ਸ਼ਰਾਪ ਦਾ ਖਾਤਮਾ ਕੀਤਾ। ਇਹ ਗੱਲ ਸੁਣ ਕੇ ਗੁਰੂ ਜੀ ਕਹਿਣਗੇ, ਭਾਈ ਬਾਲਾ, ਇਸ ਨੂੰ ਪੁੱਛੇ ਕੌਣ ਹੈ? ਇਸ ਨੂੰ ਸ਼ਰਾਪ ਕਿਸ ਨੇ ਦਿੱਤਾ? ਸ਼ਰਾਪ ਦੇ ਖਾਤਮੇ ਦੀ ਬਾਬਤ ਕਿਵੇਂ ਗੱਲਬਾਤ ਹੋਈ? ਆਪਣੀ ਹਕੀਕਤ ਸਾਰੀ ਖੋਲ੍ਹ ਕੇ ਦੱਸੇ। ਭਾਈ ਬਾਲੇ ਨੇ ਪੁੱਛਿਆ, ਤੂੰ ਆਪਣੀ ਸਾਰੀ ਹਕੀਕਤ ਖੋਲ੍ਹ ਕੇ ਦੱਸ। ਉਸਨੇ ਕਿਹਾ, ਮੈਂ ਤ੍ਰੇਤੇ ਯੁੱਗ ਦੇ ਵਿੱਚ, ਸਤਯੁਗ, ਤ੍ਰੇਤਾ, ਦੁਆਪਰ ਅਤੇ ਕਲਯੁਗ ਸਮੇਂ ਦੀ ਵੰਡਿਓ ਕੀਤੀ ਹੈ ਸਿਆਣੇ ਪੁਰਸ਼ਾਂ ਨੇ। ਸਤਯੁਗ ਦੇ ਵਿੱਚ ਲੱਖ ਲੱਖ ਵਰ੍ਹੇ ਦੀ ਉਮਰ ਹੁੰਦੀ ਇੱਕ ਪ੍ਰਾਣੀ ਦੀ। ਤ੍ਰੇਤੇ ਵਿੱਚ 10-10 ਹਜ਼ਾਰ ਵਰਸ ਦੀ ਉਮਰ ਹੁੰਦੀ। ਦੁਆਪਰ ਯੁੱਗ ਦੇ ਵਿੱਚ 1000-1000 ਵਰ੍ਹਾ ਹੁੰਦੀ। ਔਰ ਕਲਯੁਗ ਵਿੱਚ 100 ਸਾਲ ਦੀ ਆਯੂ ਦੱਸੀ। ਕਹਿਣ ਲੱਗਾ, ਤ੍ਰੇਤੇ ਯੁੱਗ ਦੇ ਵਿੱਚ ਮੈਂ ਮਿਥਿਲਾਪੁਰੀ ਵਿੱਚ ਰਹਿੰਦਾ ਹੁੰਦਾ ਸੀ। ਮਿਥਿਲਾਪੁਰੀ ਉਹ ਪੁਰੀ ਹੈ ਜਿੱਥੋਂ ਦਾ ਰਾਜਾ ਜਨਕ ਰਾਜਾ ਸੀ। ਰਾਜਾ ਜਨਕ ਬ੍ਰਹਮ ਗਿਆਨੀ ਸੀ, ਜਿਸ ਦੀ ਬਾਤ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਇਉਂ ਕਹਿੰਦੇ ਹਨ। ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ। 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 Yeah.
ਭਗਤ ਵਡਾ ਰਾਜਾ ਜਨਕ ਹੈ। ਗੁਰਮੁਖ ਮਾਇਆ ਵਿੱਚ ਉਦਾਸੀ। ਰਾਜਾ ਜਨਕ ਜੀ ਮਿਥਿਲਾਪੁਰੀ ਦੇ ਰਾਜਾ ਸਨ। ਰਾਜਾ ਹੋਣ ਦੇ ਬਾਵਜੂਦ ਬ੍ਰਹਮ ਗਿਆਨੀ ਵੀ ਸਨ। ਬ੍ਰਹਮ ਗਿਆਨੀ ਉਸ ਨੂੰ ਕਹਿੰਦੇ ਹਨ ਜੋ ਬ੍ਰਹਮੁਖੀ ਪਰਮੇਸ਼ਰ ਨੂੰ ਮਿਲਿਆ ਹੁੰਦਾ। ਉਹ ਮਾਇਆ ਵਿੱਚ ਨਿਰਲੇਪ ਰਹਿਣ ਨੂੰ ਹੀ ਸਮਰੱਥ ਹੁੰਦਾ ਹੈ। ਜੈਸੇ ਜਲ ਮੇਂ ਕਮਲ ਨਿਰਾਲਮ, ਮਰਗਾਈ ਨੇ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੈ। ਮਰਗਾਬੀ ਜਿਵੇਂ ਸਾਰਾ ਦਿਨ ਪਾਣੀ ਵਿੱਚ ਤੈਰਦੀ ਹੈ, ਪਰ ਜਦੋਂ ਪਾਣੀ ਤੋਂ ਬਾਹਰ ਨਿਕਲਦੀ ਹੈ ਉਹਦੇ ਖੰਭ ਸੁੱਕੇ ਦੇ ਸੁੱਕੇ। ਪਰਮੇਸ਼ਰ ਨੇ ਇਹੋ ਜਿਹੀ ਤਾਸੀਰ ਰੱਖੀ ਉਹਦੇ ਖੰਭਾਂ ਵਿੱਚ, ਉਹਨਾਂ ਵਿੱਚ ਪਾਣੀ ਪ੍ਰਵੇਸ਼ ਹੀ ਨਹੀਂ ਕਰਦਾ। ਇਸੀ ਤਰ੍ਹਾਂ ਕਮਲ ਦੀ ਬਾਬਤ ਦੱਸਿਆ ਹੈ, ਕਮਲ ਪਾਣੀ ਵਿੱਚ ਹੀ ਹੁੰਦਾ ਹੈ, ਲੇਕਿਨ ਉਹਦੇ ਪੱਤਿਆਂ ਵਿੱਚ ਪਾਣੀ ਦਾ ਪ੍ਰਵੇਸ਼ ਨਹੀਂ ਹੋਇਆ ਕਰਦਾ। ਇਸੀ ਤਰ੍ਹਾਂ ਹੀ ਜਿਵੇਂ ਇਹ ਪਾਣੀ ਵਿੱਚ ਨਿਰਲੇਪ ਰਹਿੰਦੇ ਹਨ, ਇਸੀ ਤਰ੍ਹਾਂ ਗੁਰਮੁਖ ਮਾਇਆ ਵਿੱਚ ਰਹਿੰਦਾ ਹੋਇਆ ਇਉਂ ਨਿਰਲੇਪ ਹੈ। ਨਦੀ ਤਰੰਦੜੀ ਮੈਂਡਾ ਖੋਜ ਨ ਖੁੱਬੈ, ਮੱਝ ਮੁਹੱਬਤ ਤੇਰੀ ਤੈਂ ਸ਼ੋ ਚਰਨੀ ਮੈਂਡਾ ਹੀੜਾ ਸੀਤਮ, ਹਰ ਨਾਨਕ ਤੁਲਹਾ ਬੇੜੀ। ਇਉਂ ਸਮੁੰਦਰ ਨੂੰ ਤਰਨ ਵਾਸਤੇ ਵਾਹਿਗੁਰੂ ਦੇ ਚਰਨ ਬੇੜੀ ਰੂਪ ਜਹਾਜ਼ ਰੂਪ ਹਨ। ਤੇਰਾ ਨਾਮ ਤੁਲਹਾ ਬੇੜੀ ਚੜ੍ਹ ਕੇ ਪਾਰ ਲੰਘਣਾ, ਤੇਰਾ ਨਾਮ ਤੁਲਹਾ ਚੜ੍ਹ ਕੇ ਪਾਰ ਲੰਘਣਾ, ਤੇਰਾ ਨਾਮ ਤੁਲਹਾ ਬੇੜੀ ਚੜ੍ਹ ਕੇ ਪਾਰ ਲੰਘਣਾ, ਤੇਰਾ ਨਾਮ ਤੁਲਹਾ ਬੇੜੀ ਚੜ੍ਹ ਕੇ ਪਾਰ ਲੰਘਣਾ। Krishna
जिमें बेड़ी कई जहाज़ या स्टीमर पे सवार होके हज़ार हाँ मरबा मील ਦਾ ਪਾਣੀ ਜਿਸ ਦੇ ਵਿੱਚ ਬੜੇ ਬੜੇ ਮੱਛ ਕੱਛ ਹਨ ਆਸਾਨੀ ਨਾਲ ਉਹਨਾਂ ਨੂੰ ਤਰ ਸਕੀਂਦਾ ਹੈ। ਇਸੀ ਤਰ੍ਹਾਂ ਸੰਸਾਰ ਸਮੁੰਦਰ ਦੇ ਤਰਨ ਵਾਸਤੇ ਵੀ ਨਾਮ ਰੂਪੀ ਜਹਾਜ਼ ਦੀ ਲੋੜ ਹੈ। ਇਹ ਬੇੜੀ ਦਾ ਜਹਾਜ਼ ਦਾ ਕੰਮ ਕਰਦਾ। ਇਉਂ ਰਾਜਾ ਜਨਕ ਜਿਹਦੀ ਬਾਬਤ ਦੱਸਿਆ ਹੈ, ਭਗਤ ਬੜਾ ਰਾਜਾ ਜਨਕ ਹੈ। ਗੁਰਮੁਖ ਮਾਇਆ ਵਿੱਚ ਉਦਾਸੀ, ਭਾਵੇਂ ਰਾਜ ਭਾਗ ਵਿੱਚ ਸੀ। ਰਾਜ ਭਾਗ ਜਿੱਥੇ ਵੀ ਉੱਥੇ ਧਨ ਪਦਾਰਥ ਮਾਇਆ ਦਾ ਘਾਟਾ ਨਹੀਂ ਹੁੰਦਾ, ਪਰ ਫਿਰ ਵੀ ਮਾਇਆ ਦਾ ਅੰਸ਼ਕ ਮਾਤਰ ਉਹਦੇ ਚਿੱਤ ਵਿੱਚ ਪਕੜ ਨਹੀਂ ਸੀ, ਅਟੈਚਮੈਂਟ ਨਹੀਂ ਸੀ। ਮਾਇਆ ਵਿੱਚ ਬਿਲਕੁਲ ਨਿਰਲੇਪ ਸੀ। ਗੁਰਮੁਖ ਮਾਇਆ ਵਿੱਚ ਉਦਾਸੀ ਇਉਂ ਸੀ। ਸੋ ਇਉਂ ਰਾਜਾ ਜਨਕ ਜਿਹਦੀ ਬਾਬਤ ਦੱਸਦੇ ਹਨ, ਉਹ ਅਸ਼ਟਾਵਕਰ ਜੀ ਦਾ ਸ਼ਿਸ਼ ਸੀ। ਇੱਕ ਦਫਾ ਰਾਜਾ ਜਨਕ, ਗਰਮੀ ਦਾ ਮੌਸਮ, ਤਹਿਖਾਨੇ ਉਹਨਾਂ ਸਮਿਆਂ ਦੇ ਵਿੱਚ ਸਾਡੇ ਦੇਸ਼ ਵਿੱਚ ਤਹਿਖਾਨੇ ਕਈ ਜ਼ਮੀਨ ਦੇ ਵਿੱਚ ਮਕਾਨ ਬਣਾਏ ਹੁੰਦੇ। ਰਾਜੇ ਮਹਾਰਾਜਿਆਂ ਦੇ ਜੇਠ ਹਾੜ ਦੇ ਮਹੀਨੇ ਜਦੋਂ ਕਿ ਬਾਹਰ ਲੂਆਂ ਚੱਲਦੀਆਂ ਸਨ, ਉਹ ਠੰਡੇ ਰਹਿੰਦੇ ਸਨ। ਸਰਦੀ ਦੇ ਮੌਸਮ ਵਿੱਚ ਕੁਛ ਨਿੱਘੇ ਰਹਿੰਦੇ ਸਨ। ਸਿਰਫ ਸਾਉਣ ਭਾਦੋਂ 2 ਮਹੀਨੇ ਜਦੋਂ ਬਰਸਾਤ ਪੈਂਦੀ ਸੀ, ਉਸ ਮੌਸਮ ਵਿੱਚ ਉਹ ਜ਼ਰਾ ਅਨੁਕੂਲ ਨਹੀਂ ਸਨ ਹੁੰਦੇ। ਬਾਕੀ ਸਾਰੇ ਮੌਸਮਾਂ ਦੇ ਵਿੱਚ ਉਹ ਫਾਇਦੇਮੰਦ ਸਾਬਤ ਹੁੰਦੇ ਸਨ। ਇਉਂ ਦੁਪਹਿਰ ਦਾ ਵੇਲਾ, ਜੇਠ ਹਾੜ ਦਾ ਮਹੀਨਾ, ਰਾਜਾ ਜਨਕ ਦੁਪਹਿਰ ਦਾ ਪ੍ਰਸ਼ਾਦ ਛਕ ਕੇ ਆਰਾਮ ਬਸ ਹੋਇਆ। ਰਾਣੀਆਂ ਪੱਖਾ ਮਾਰ ਰਹੀਆਂ ਹਨ ਅਤੇ ਰਾਜਾ ਜਨਕ ਨੂੰ ਸੁਪਨਾ ਆਉਂਦਾ ਹੈ। ਜਾਗਰਤ ਸੁਪਨ ਸੁਖੋਵਤ ਤੁਰੀਆ, ਆਤਮ ਭੂਵਤ ਕੀਏ ਪੁਰੀਆ। ਆਤਮਾ ਰੂਪੀ ਰਾਜਾ ਹੈ। ਇਸ ਦੀਆਂ ਜਾਗਰਤ, ਸੁਪਨ, ਸੁਖੋਵਤ ਔਰ ਤੁਰੀਆ, ਇਹ 4 ਅਵਸਥਾਵਾਂ ਹਨ। ਜਿਵੇਂ ਇੱਕ ਰਾਜਾ ਦੀਵਾਨਖਾਨੇ ਵਿੱਚ ਬੈਠ ਕੇ ਆਪਣਾ ਦਰਬਾਰ ਲਗਾਉਂਦਾ ਹੈ। ਜਦੋਂ ਆਪਣੇ ਅੰਤःਪੁਰ ਵਿੱਚ ਆ ਜਾਂਦਾ ਹੈ, ਉਸ ਅੰਤःਪੁਰ ਦੀ 4 ਦੀਵਾਰੀ ਦੇ ਵਿੱਚ ਜਿਤਨੇ ਫੈਮਿਲੀ ਮੈਂਬਰਸ ਹੁੰਦੇ ਹਨ, ਉਹਨਾਂ ਨਾਲ ਗੱਲਬਾਤ ਕਰਦਾ ਹੈ, ਕੋਈ ਆਪਣੀ ਘਰੋਗੀ ਵਿਹਾਰ ਕਾਰ ਦੀ। ਉਸ ਤੋਂ ਬਾਅਦ ਜਦੋਂ ਥੱਕ ਜਾਂਦਾ ਹੈ, ਆਪਣੇ ਬੈੱਡਰੂਮ 'ਤੇ ਚਲਾ ਜਾਂਦਾ ਹੈ, ਅਲੱਗਾ ਕਮਰੇ ਵਿੱਚ ਚਲਾ ਜਾਂਦਾ ਹੈ, ਉੱਥੇ ਜਾ ਕੇ ਸੌਂ ਜਾਂਦਾ ਹੈ। ਉੱਠ ਕੇ ਫਿਰ ਇਸ਼ਨਾਨ ਵਗੈਰਾ ਕਰਕੇ ਆਪਣੇ ਪ੍ਰਭੂ ਦੇ ਕਮਰੇ ਵਿੱਚ ਚਲਾ ਜਾਂਦਾ ਹੈ, ਉੱਥੇ ਆਪਣੇ ਪ੍ਰਭੂ ਦੇ ਵਿੱਚ ਲੀਨ ਹੁੰਦਾ ਹੈ। ਇਹ ਉਸ ਇੱਕ ਰਾਜਾ ਦੀਆਂ 4 ਅਵਸਥਾ ਹੋਈਆਂ। ਇਸੀ ਤਰ੍ਹਾਂ ਆਤਮਾ ਰੂਪੀ ਰਾਜਾ ਹੈ। ਇਸ ਦੀਆਂ ਆਤਮਾ ਸ਼ਬਦ ਦਾ ਆਪਣਾ ਆਪਾ ਹੈ। ਪਰਮਾਤਮਾ ਦਾ ਪੁੱਤਰ ਅਸੀਂ ਸਾਰੇ ਜਿਸਮ ਨਹੀਂ ਹਾਂ, ਅਸੀਂ ਆਤਮਾ ਹਾਂ। ਆਤਮਾ ਪਰਮਾਤਮਾ ਦਾ ਪੁੱਤਰ ਹੈ। ਅਸੀਂ ਸਾਰੇ ਆਤਮ ਸ਼ਹਿਜ਼ਾਦੇ ਹਾਂ। ਸੋ 4 ਅਵਸਥਾ ਆਤਮਾ ਦੀਆਂ ਦੱਸੀਆਂ, ਜਾਗਰਤ, ਸੁਪਨ, ਸੁਖੋਵਤ ਔਰ ਤੁਰੀਆ। ਇਹ ਤਿੰਨਾਂ ਅਵਸਥਾ ਵਿੱਚ ਇੱਕੋ ਜਿਹਾ ਰਹਿੰਦਾ। ਜਾਗਰਤ ਅੱਖਾਂ ਵਿੱਚ ਹੁੰਦਾ ਹੈ, ਜੋ ਬਾਝ ਪ੍ਰਪੰਚ ਦੇਖਦਾ ਹੈ। ਜਦੋਂ ਭੂਖ ਨੀਂਦ ਯਾਨੀ ਸੁਪਨਾ ਆਉਂਦਾ ਹੈ, ਕੰਠ ਵਿੱਚ ਹੀਤਾ ਨਾੜੀ ਹੈ, ਬਹੁਤ ਬਰੀਕ ਨਾੜੀ ਹੈ, ਉਹਦੇ ਵਿੱਚ ਮਨ ਪ੍ਰਵੇਸ਼ ਕਰਦਾ ਹੈ। ਉੱਥੇ ਸੁਪਨ ਅਵਸਥਾ ਹੁੰਦੀ ਹੈ, ਉਹਨੂੰ ਸੁਪਨ ਅਵਸਥਾ ਕਹਿੰਦੇ ਹਨ। ਉੱਥੇ ਸੁਪਨ
ਪ੍ਰਪੰਚ ਰਚਦਾ ਹੈ। ਫਿਰ ਉਸ ਤੋਂ ਅੱਗੇ ਹਿਰਦੇ ਸਥਾਨ ਵਿੱਚ ਪਹੁੰਚ ਕੇ ਅਵਿਦਿਆ ਵਿੱਚ ਆਪਣਾ ਕਾਰਨ ਅਵਿਦਿਆ ਉਹਦੇ ਵਿੱਚ ਲੈ ਹੋ ਜਾਂਦਾ। ਉੱਥੇ ਕੋਈ ਸੁਪਨਾ ਨਹੀਂ, ਕੋਈ ਫੁਰਨਾ ਨਹੀਂ, ਨਾ ਉੱਥੇ ਜਗਤ ਹੈ, ਨਾ ਬਾਝ ਪ੍ਰਪੰਚ ਹੈ, ਨਾ ਸੁਪਨ ਪ੍ਰਪੰਚ ਹੈ। ਉਸ ਤੋਂ ਅੱਗੇ ਜਾ ਕੇ ਤੁਰੀਆ ਅਵਸਥਾ, ਪਰਮਾਤਮਾ ਦੇ ਵਿੱਚ ਉਸ ਦਾ ਭਜਨ ਕਰਨਾ, ਉਸ ਦੇ ਵਿੱਚ ਲੀਨਤਾ ਹਾਸਲ ਕਰਨੀ, ਉਹਦਾ ਚਿੰਤਨ ਕਰਨਾ, ਉਸਨੂੰ ਤੁਰੀਆ ਅਵਸਥਾ ਕਹਿੰਦੇ ਹਨ। ਇਹ ਚਾਰ ਅਵਸਥਾਵਾਂ ਇਸ ਆਤਮਾ ਰੂਪੀ ਰਾਜਾ ਦੀਆਂ ਹਨ। ਪਰ ਇਹਨਾਂ ਵਿੱਚ ਵੀ ਦੱਸਿਆ ਤੀਨ ਵਿਆਪੇ ਜਗਤ ਕੋ ਤੁਰੀਆ ਪਾਵੇ ਕੋਏ, ਨਾਨਕ ਸੰਤ ਨਿਰਮਲ ਭਏ ਜਿਨ ਮਨ ਵਸਿਆ ਸੋਏ। ਤਿੰਨ ਅਵਸਥਾਵਾਂ ਤਾਂ ਹਰ ਇੱਕ ਦੁਨੀਆ ਨੂੰ, ਹਰ ਸ਼ਖਸ ਨੂੰ ਪ੍ਰਾਪਤ ਹੁੰਦੀਆਂ ਹਨ, ਬਲਕਿ ਪਸ਼ੂਆਂ ਪੰਛੀਆਂ ਨੂੰ ਵੀ ਪ੍ਰਾਪਤ ਹੁੰਦੀਆਂ ਨੇ, ਕੁਕਰਾਂ ਸ਼ੁਕਰਾਂ ਨੂੰ ਵੀ ਪ੍ਰਾਪਤ ਹੁੰਦੀਆਂ ਨੇ, ਜਾਗਰਤ ਸੁਪਨ ਸੁਖੋਪਤ। ਪਰ ਤੁਰੀਆ ਅਵਸਥਾ ਜਿਹੜੀ ਹੈ, ਜਿਹੜਾ ਇੱਥੇ ਪਹੁੰਚ ਗਿਆ, ਉਹਦਾ ਦਰਜਾ ਸੰਤਾਂ ਵਿੱਚ ਹੈ। ਤੁਰੀਆ ਭਾਵੇਂ ਕੋਏ, ਜਿਹਨੂੰ ਇਹ ਦਰਜਾ ਪ੍ਰਾਪਤ ਹੋ ਗਿਆ, ਉਹਦਾ ਦਰਜਾ ਸੰਤਾਂ ਵਿੱਚ ਹੁੰਦਾ ਹੈ। ਸੋ ਇਸ ਵਾਸਤੇ ਇਉਂ ਆਤਮਾ ਰੂਪੀ ਰਾਜਾ ਦੀਆਂ ਚਾਰ ਅਵਸਥਾਵਾਂ ਹਨ। ਅੱਜ ਰਾਜਾ ਜਨਕ ਨੂੰ ਸੁਪਨਾ ਆਉਂਦਾ ਹੈ। ਸੁਪਨ ਵਿੱਚ ਕੀ ਦੇਖਦਾ ਹੈ? ਮਾਨੋ ਉਸ ਤੋਂ ਕੋਈ ਗਲਤੀ ਹੋ ਗਈ। ਕਿਸੇ ਦੂਸਰੇ ਰਾਜਾ ਦੇ ਪਾਸ ਉਸ ਦੀ ਪ੍ਰਜਾ ਨੇ ਜਾ ਕੇ ਪੁਕਾਰ ਕੀਤੀ ਵੀ ਅਸੀਂ ਤੁਹਾਨੂੰ ਆਪਣਾ ਰਾਜਾ ਥਾਪਦੇ ਹਾਂ। ਰਾਜਾ ਜਨਕ ਨੂੰ ਇਸ ਰਾਜ ਵਿੱਚੋਂ ਮਾਰ ਕੁੱਟ ਕੇ ਨਿਕਾਲ ਦੇ। ਉਹ ਆਪਣੀ ਫੌਜ ਚੜ੍ਹਾਈ ਕਰਕੇ ਆ ਗਿਆ। ਉਸਨੇ ਇਸ ਦੇ ਰਾਜ 'ਤੇ ਚੜ੍ਹਾਈ ਕਰ ਦਿੱਤੀ, ਇਸ ਦੇ ਖਜ਼ਾਨੇ ਆਪਣੇ ਕਾਬੂ ਕੀਤੇ, ਸਾਰਾ ਰਾਜ ਭਾਗ ਆਪਣੇ ਕਾਬੂ ਕੀਤਾ ਔਰ ਸਭ ਰਾਜਾ ਜਨਕ ਨੂੰ ਹੁਕਮ ਕਰ ਦਿੱਤਾ, ਇਸ ਨੂੰ ਮੇਰੇ ਰਾਜ ਤੋਂ ਬਾਹਰ ਕੱਢ ਦਿਓ, ਸ਼ਹਿਰ ਤੋਂ ਬਾਹਰ ਕੱਢ ਦਿਓ। ਜਿਹੜਾ ਕੋਈ ਇਸ ਦਾ ਸਤਿਕਾਰ ਕਰੇਗਾ ਉਸ 'ਤੇ ਨਵੀਨ ਰਾਜਾ ਦੀ ਨਾਰਾਜ਼ਗੀ ਹੋਵੇਗੀ, ਜਿਹੜਾ ਇਸ ਦਾ ਆਦਰ ਕਰੇਗਾ ਯਾਨੀ ਨਾਦਰ, ਉਸ 'ਤੇ ਨਵੀਨ ਰਾਜਾ ਦੀ ਖੁਸ਼ੀ ਹੋਵੇਗੀ। ਇਉਂ ਜਾ ਕੇ ਰਾਜਾ ਨੂੰ ਯਾਨੀ ਜਨਕ ਨੂੰ ਇੱਕ ਤਾਂ ਰਾਜ ਭਾਗ ਸਭ ਕੁਝ ਖੁੱਸ ਗਿਆ। ਸੁਪਨੇ ਦੀ ਗੱਲ ਹੈ, ਸੁਪਨਾ ਜਾਗਰਤ ਵਾਂਗੂ ਹੀ ਹੋਇਆ ਕਰਦਾ ਹੈ। ਉੱਥੇ ਸੱਚ ਦੇਖ ਰਿਹਾ ਹੈ, ਉਸਨੂੰ ਨਵੀਨ ਰਾਜਾ ਦੇ ਨੌਕਰ ਬੁਰੀ ਤਰ੍ਹਾਂ ਲਈ ਜਾ ਰਹੇ ਹਨ, ਉਹਦਾ ਨਿਰਾਦਰ ਕਰਦੇ ਹਨ, ਕੁੱਟਦੇ ਮਾਰਦੇ ਹਨ, ਅਤੇ ਇਸੀ ਤਰ੍ਹਾਂ ਉਸ ਦੀ ਹੱਦ ਤੋਂ ਬਾਹਰ ਲਿਜਾ ਕੇ ਕਹਿਣਗੇ ਦੇਖੋ ਇੱਧਰ ਨਹੀਂ ਆਉਣਾ, ਉੱਧਰ ਬੇਸ਼ੱਕ ਜਾਓ। ਉਹ ਇੰਨੀ ਗੱਲ, ਇਤਨੀ ਹਦਾਇਤ ਕਰਕੇ ਮੁੜਿਆ ਹੈ, ਲੇਕਿਨ ਇਹ ਜਨਕ ਉੱਥੇ ਬੈਠਾ, ਇਕੱਲਾ ਬੈਠਾ ਹੈ, ਰਾਜ ਭਾਗ ਖੁੱਸ ਗਿਆ, ਕੁਛ ਪਾਸ ਨਹੀਂ ਹੈ, ਇਕੱਲਾ ਹੈ, ਪਿਆਸ ਲੱਗੀ ਹੈ, ਭੁੱਖ ਲੱਗੀ ਹੈ, ਹੁਣ ਸੋਚਦਾ ਹੈ ਕੁਛ ਖਾਣ ਪੀਣ ਨੂੰ ਮਿਲੇ। ਅਖੀਰ ਇਹ ਵੀ ਉਸਨੂੰ ਹਦਾਇਤ ਸੀ ਵੀ ਇੱਧਰ ਨਾ ਹੀ, ਇਸ ਹੱਦ ਵਿੱਚ ਪੈਰ ਨਾ ਪਾਈ, ਉੱਧਰ ਬੇਸ਼ੱਕ ਜਾਵੀਂ। ਖੈਰ ਉੱਧਰ ਜਾ ਰਿਹਾ, ਹੁਣ ਕੀ ਦੇਖਿਆ? ਸਾਹਮਣੇ ਇੱਕ ਸ਼ਹਿਰ ਨਜ਼ਰ ਆਇਆ, ਉੱਚੇ ਉੱਚੇ ਮਕਾਨਾਤ ਹਨ। ਉੱਥੇ ਪਹੁੰਚਿਆ, ਪਹੁੰਚ ਕੇ ਪੁੱਛਣ ਲੱਗਾ ਬਈ ਇੱਥੇ ਕਿਸੇ ਸ਼ਾਹੂਕਾਰ ਦਾ ਖੇਤਰ ਯਾਨੀ ਲੰਗਰ ਚੱਲਦਾ ਹੋਵੇ? ਸੋ ਕਹਿਣ ਲੱਗੇ ਹਾਂ ਇੱਕ ਜਗ੍ਹਾ ਹੈ ਲੰਗਰ ਚੱਲਦਾ, ਦੁਪਹਿਰ ਵੇਲੇ 2-2 ਕੜਛੀਆਂ ਖਿਚੜੀ ਦੀਆਂ ਮਿਲਦੀਆਂ ਹਨ ਅਤੇ 2-2 ਚਮਚੇ ਘਿਓ ਦੇ ਮਿਲਦੇ। ਉੱਥੇ ਪਹੁੰਚ ਜਾਓ, ਤੈਨੂੰ ਵੀ ਮਿਲ ਜਾਏਗਾ। ਉੱਥੇ ਪਹੁੰਚਿਆ, ਭੁੱਖ ਡਾਢੀ ਲੱਗੀ ਸੀ। ਉਹਨਾਂ ਨੂੰ ਜਾ ਕੇ ਕਹਿਣ ਲੱਗਾ ਮੈਨੂੰ ਭੁੱਖ ਲੱਗੀ ਹੈ, ਕੁਛ ਖਾਣ ਵਾਸਤੇ ਮਿਲੇ? ਕਹਿਣ ਲੱਗੇ ਹਾਂ ਇੱਥੇ ਖਿਚੜੀ ਮਿਲਦੀ ਹੈ, ਹੋਰ ਕੁਛ ਨਹੀਂ, ਪਰ ਖਿਚੜੀ ਪਵਾਉਣ ਵਾਸਤੇ ਤੂੰ ਕੋਈ ਬਰਤਨ ਲੈ ਆ ਜਾ ਕੇ। ਅਜੇ ਵਕਤ ਨਹੀਂ ਹੋਇਆ ਬਰਤਨ ਦਾ, ਲੰਗਰ ਤੇਰੇ ਆਉਂਦੇ ਨੂੰ ਵਕਤ ਹੋ ਜਾਏਗਾ। ਹੁਣ ਰਾਜਾ ਸੋਨੇ ਚਾਂਦੀ ਦੇ ਥਾਲਾਂ ਵਿੱਚ ਖਾਣ ਵਾਲਾ, ਕੁਛ ਮਿਲਦਾ ਨਹੀਂ ਹੈ। ਅਖੀਰ ਕੁਮਾਰਾਂ ਦੀ ਭੱਠੀ 'ਤੇ ਜਾ ਕੇ ਇੱਕ ਠੀਕਰਾ ਲਿਆ। ਹੁਣ ਧੋ ਧੂ ਕੇ ਜਦੋਂ ਪਹੁੰਚਿਆ, ਆਉਂਦੇ ਨੂੰ ਉਹ ਲੰਗਰ ਵਰਤ ਚੁੱਕਿਆ। ਕਹਿਣ ਲੱਗੇ ਵੀ ਮੈਨੂੰ ਕੁਛ ਦਿਓ। ਕਹਿੰਦੇ ਭਾਈ ਤੂੰ ਲੇਟ ਆਇਆ ਹੈ,
ਹੁਣ ਤਾਂ ਲੰਗਰ ਹੀ ਵਰਤ ਗਿਆ ਹੈ। ਮਿੰਨਤਾਂ ਤਰਲੇ ਕੀਤੇ ਵੀ ਕੁਛ ਤਾਂ ਦਿਓ, ਮੈਂ ਬਹੁਤ ਭੁੱਖਾ ਹਾਂ। ਖੈਰ ਉਹਨਾਂ ਨੇ ਕੁਛ ਕਰਕੇ 2 ਕੜਛੀਆਂ ਖਿਚੜੀ ਦੀਆਂ ਪਾ ਦਿੱਤੀਆਂ। ਕਹਿਣ ਲੱਗੇ ਉਹ ਥਾਂ ਘਿਓ ਵਰਤਦਾ, ਲੈ ਲੈ। ਉੱਥੇ ਜਾ ਕੇ ਪਹੁੰਚਿਆ, ਘਿਓ ਦਾ ਇਹਨੇ ਇੱਕ ਕੜਛੀ ਰੱਖੀ ਸੀ ਜਿਹਦੇ ਵਿੱਚ 2 ਚਮਚੇ ਆਉਂਦੇ ਸੀ। ਉਹਦੇ ਨਾਲ ਕਹਿਣ ਲੱਗਾ ਮੈਨੂੰ ਜਲਦੀ ਘਿਓ ਪਾਓ, ਮੈਨੂੰ ਭੁੱਖ ਡਾਢੀ ਲੱਗੀ ਹੈ, ਜਲਦੀ ਛਕਾਂ, ਕੁਛ ਨਾ ਕੁਛ ਮੇਰੇ ਅੰਦਰ ਜਾਵੇ ਤਾਂ ਸ਼ਾਂਤੀ ਆ। ਖੈਰ ਇਉਂ ਉਹ ਪਾਉਣ ਲੱਗੀ, ਇਸ ਦਾ ਘਿਓ ਡੁੱਲ ਗਿਆ, ਕਿਸੇ ਨੇ ਹੱਥ ਲਾ ਦਿੱਤਾ। ਹੁਣ ਬਹੁਤ ਮਿੰਨਤਾਂ ਤਰਲੇ ਕਰਕੇ ਫਿਰ ਦੁਬਾਰਾ ਘਿਓ ਪਵਾਇਆ। ਬੈਠ ਕੇ ਖਾਣ ਨਹੀਂ ਸੀ ਜਾਣਦਾ, ਚਮਚੇ ਨਾਲ ਖਾਣ ਵਾਲਾ ਬੰਦਾ ਸੀ, ਰਾਜਾ ਸੀ। ਸੋ ਇਉਂ ਖੈਰ ਰਲਾ ਰਿਹਾ ਹੈ, ਭੁੱਖ ਡਾਢੀ ਲੱਗੀ ਹੋਈ ਹੈ। ਕੀ ਖੇਲ ਵਰਤਿਆ, 2 ਢੱਠੇ ਸਥਾਨ ਲੜਦੇ ਹੋਏ ਆਏ, ਭਿੜਦੇ ਆਏ। ਜਿਉਂ ਫੇਟ ਲੱਗੀ, ਕਿਧਰੇ ਇਹ ਰੁੜ ਜਾਂਦਾ ਹੈ, ਕਿਧਰੇ ਇਸ ਦੀ ਖਿਚੜੀ ਰੁੜ ਜਾਂਦੀ ਹੈ, ਕਿਧਰੇ ਠਿੱਕਾ ਰੁੜ ਜਾਂਦਾ। ਇਹ ਸੁਪਨੇ ਵਿੱਚ ਦੇਖਦਾ ਹੈ, ਧਦਕ ਕੇ ਉੱਠ ਖੜਿਆ, ਚਿਹਰਾ ਪੀਲਾ ਹੋ ਗਿਆ। ਰਾਣੀਆਂ ਨੇ ਦੇਖਿਆ ਬਈ ਕੋਈ ਗੱਲ ਹੈ ਜ਼ਰੂਰ। 1 ਲੱਖ ਐਂ ਧਦਕ ਕੇ ਜਿਹੜਾ ਉੱਠਣਾ ਹੈ, ਐਵੇਂ ਨਹੀਂ। ਤਾਂ ਪੁੱਛਣਗੇ ਸਰਕਾਰ ਕੀ ਗੱਲ ਹੈ। ਉਹ ਦੱਸਦਾ ਨਹੀਂ ਕਿਸੇ ਨੂੰ। ਸੁਪਨਾ ਕੁਛ ਇਹੋ ਜਿਹਾ ਗਹਿਰਾ ਆਇਆ, ਮਾਨੋ ਉਹਦਾ ਨਕਸ਼ਾ ਸਾਹਮਣੇ ਖੜਾ ਹੈ। ਕਈ ਸੁਪਨੇ ਤਾਂ ਇਹੋ ਜਿਹੇ ਆਉਂਦੇ ਨੇ ਨਾ, ਉਦੋਂ ਹੀ ਭੁੱਲ ਜਾਂਦੇ, ਪਤਾ ਹੀ ਕੁਛ ਨਹੀਂ ਹੁੰਦਾ। ਕਈ ਸੁਪਨੇ ਇਹੋ ਜਿਹੇ ਹੁੰਦੇ ਨੇ, ਮਾਨੋ ਸਾਹਮਣੇ ਹੀ ਉਹਦਾ ਨਕਸ਼ਾ ਖੜਾ ਰਹਿੰਦਾ ਹੈ। ਸੁਪਨਾ ਇਹੋ ਜਿਹਾ ਗਹਿਰਾ ਆਇਆ, ਉਹਦਾ ਨਕਸ਼ਾ ਮਾਨੋ ਸਾਹਮਣੇ ਖੜਾ ਹੈ। ਰਾਣੀਆਂ ਪੁੱਛਦੀਆਂ ਹਨ, ਪਰ ਸ਼ਰਮ ਦਾ ਮਾਰਿਆ ਦੱਸਦਾ ਨਹੀਂ ਹੈ। ਚਿੱਤ ਦੇ ਉੱਪਰ ਬਹੁਤ ਗਹਿਰਾ ਅਸਰ ਹੈ। ਹੁਣ ਉਸਨੇ ਉਸਨੂੰ ਮਾਨੋ ਨੀਂਦ ਪਾਗਲ ਕਰ ਦਿੱਤਾ, ਨੀਂਦ ਪਾਗਲ ਬਣਾ ਦਿੱਤਾ। ਉਸਨੇ ਹੋਰ ਤਾਂ ਕੁਛ ਨਹੀਂ ਕੀਤਾ, ਵੱਡੇ ਵੱਡੇ ਵਿਦਵਾਨ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਜਿਨ੍ਹਾਂ ਪਾਸ ਇੱਕ ਸਵਾਲ ਕਰਦਾ ਹੈ, ਇਹ ਸੱਚਾ ਕਿ ਉਹ ਸੱਚਾ। ਇਹ ਤੋਂ ਜ਼ਿਆਦਾ ਸਵਾਲ ਨਹੀਂ ਕੁਛ ਕਰਦਾ ਹੈ। ਇਹ ਨਹੀਂ ਕਹਿੰਦਾ ਮੈਨੂੰ ਇਹ ਸੁਪਨਾ ਆਇਆ ਸੀ, ਆਹ ਗੱਲ ਸੀ, ਇਹ ਕੁਛ ਨਹੀਂ ਕਹਿੰਦਾ। ਇਹ ਸੱਚਾ ਕਿ ਉਹ ਸੱਚਾ, ਯਾਨੀ ਉਸ ਦਾ ਭਾਵ ਸੀ ਵੀ ਇਹ ਜਾਗਰਤ ਸੱਚੀ ਹੈ ਕਿ ਸੁਪਨਾ ਸੱਚਾ ਹੈ, ਇਹ ਉਹਦੇ ਚਿੱਤ ਵਿੱਚ ਸੀ। ਸੋ ਇਉਂ ਪਰ ਇਹੋ ਜਿਹੀ ਗੋਲਮੋਲ ਗੱਲ ਦਾ ਕੌਣ ਜਵਾਬ ਦੇਵੇ। ਹਜ਼ਾਰਾਂ ਦੀ ਤਾਦਾਦ ਵਿੱਚ ਵਿਦਵਾਨ ਇਕੱਠੇ ਹੋਏ ਹਨ। ਸਭ ਦਾ ਸਤਿਕਾਰ ਆਦਰ ਕਰਦਾ ਹੈ, ਸਭ ਦੀ ਸੇਵਾ ਕਰਦਾ ਹੈ, ਪਰ ਇਹੋ ਜਿਹੀ ਗੱਲ ਦਾ ਜਵਾਬ ਉਸਨੂੰ ਨਹੀਂ ਮਿਲ ਰਿਹਾ। 8 ਸਾਲ ਗੁਜ਼ਰਨ ਵਾਲੇ ਹੋ ਗਏ ਹਨ। ਇੱਧਰ ਤਾਂ ਇਹ ਖੇਲ ਵਰਤਿਆ, ਉੱਧਰ ਇੱਕ ਰਿਸ਼ੀਆਂ ਦਾ ਆਸ਼ਰਮ ਹੈ ਕਿਸੇ ਦਰਿਆ ਦੇ ਕਿਨਾਰੇ। ਬਹੁਤ ਸਾਰੇ ਰਿਸ਼ੀ ਰਹਿੰਦੇ ਹਨ। ਸ਼ਾਮ ਦਾ ਵਕਤ ਹੈ, ਬੱਚੇ ਖੇਲਦੇ ਨੇ ਰਿਸ਼ੀਆਂ ਦੇ। ਇੱਕ ਲੜਕਾ ਜਿਸ ਦੀ ਉਮਰ 8 ਸਾਲ ਦੀ, ਜਿਹਦੇ ਸਰੀਰ ਵਿੱਚ 8 ਵਿੰਗ ਪੈਂਦੇ ਸਨ, 8 ਵਲ ਪੈਂਦੇ ਸਨ, ਗਲ ਵਿੱਚ ਮਾਲਾ ਪਾਈ ਹੈ, ਮੱਥੇ 'ਤੇ ਤਿਲਕ ਲੱਗਾ ਹੈ ਅਤੇ ਆਸਣ ਹੈ, ਹੱਥ ਵਿੱਚ ਸੋਟੀ ਹੈ, ਸੋਟੀ ਦੀ ਆਸਰੇ ਮਸਾਂ ਤੁਰਦਾ ਹੈ। ਇਹੋ ਜਿਹੇ ਸਰੀਰ ਵਿੱਚ 8 ਵਲ ਪੈਂਦੇ ਹੋਣ, ਉਹਦੀ ਹਾਲਤ ਇਹੋ ਜਿਹੀ ਹੁੰਦੀ ਹੈ। ਇਉਂ ਉਹ ਆ ਰਿਹਾ ਹੈ, ਦਰਿਆ ਦੇ ਕਿਨਾਰੇ ਨੂੰ ਜਾ ਰਿਹਾ ਹੈ। ਸ਼ਾਮ ਦੇ ਵਕਤ ਦਾ ਆਪਣਾ ਪਾਠ ਨਿਤਨੇਮ ਕਰਨ ਵਾਸਤੇ ਉੱਥੇ ਜਾ ਰਿਹਾ। ਬੱਚਿਆਂ ਨੂੰ ਹਮੇਸ਼ਾ ਖੇਲ ਪਿਆਰੀ ਹੈ। ਬੱਚਿਆਂ ਦੇ ਸੁਭਾਅ ਚੰਚਲ ਹੁੰਦੇ ਹਨ। ਕਿਸੇ ਨੇ ਉਸਦੀ ਸੋਟੀ ਖੋਹ ਲਈ, ਕਿਸੇ ਨੇ ਉਸਦਾ ਆਸਣ ਖੋਹ ਲਿਆ, ਕਿਸੇ ਨੇ ਧੱਕਾ ਦੇ ਦਿੱਤਾ, ਕਿਸੇ ਨੇ ਮਾਲਾ ਖੋਹ ਲਈ। ਇਹ ਜਿਹੀ ਹਾਲਤ ਉਸਦੀ ਹੋਈ ਜਦ ਉਹ ਬੜੇ ਸ਼ਾਂਤੀ ਵਾਲਾ ਕਹਿਣਾ, ਦੇਖੋ ਭਾਈ ਕੁਵੇਲਾ ਹੋ ਰਿਹਾ ਹੈ, ਸੂਰਜ ਛਿਪ ਰਿਹਾ ਹੈ, ਮੈਂ ਆਪਣਾ ਪਾਠ ਕਰਨਾ ਹੈ, ਮੈਂ ਲੇਟ ਹੋ ਰਿਹਾ, ਮੇਰੀਆਂ ਚੀਜ਼ਾਂ ਮੈਨੂੰ ਦਿਓ ਤਾਂ ਕਿ ਮੈਂ ਪਾਠ ਕਰਕੇ ਘਰ ਨੂੰ ਜਾਵਾਂ। ਖੈਰ ਇੱਕ ਲੜਕੇ ਨੇ ਕਿਹਾ, ਬਈ ਇਹਦੀਆਂ ਚੀਜ਼ਾਂ ਦੇ ਦਿਓ, ਇਹ ਪਿਓ ਭਰਾ ਹੈ। ਇਹ ਗੱਲ ਅੱਜ ਉਸਨੇ ਸੁਣੀ। ਅਖੀਰ ਲੜਕੇ ਚਲੇ ਗਏ, ਉਹਦੀਆਂ ਸਾਰੀਆਂ ਚੀਜ਼ਾਂ ਦੇ ਗਏ। ਉਹ ਦਰਿਆ ਦੇ ਕਿਨਾਰੇ ਆਸਣ ਵਿਛਾ ਕੇ ਆਪਣਾ ਸ਼ਾਮ ਦੇ ਵਕਤ ਦਾ ਜੋ ਨਿਤਨੇਮ ਸੀ ਭਜਨ ਪਾਠ ਦਾ ਕਰਦਾ ਹੈ, ਕਰਕੇ ਅਖੀਰ ਘਰ ਆ ਗਿਆ। ਪ੍ਰਸ਼ਾਦ ਪਾਣੀ ਛਕ ਰਿਹਾ ਹੈ। ਆਪਣੀ ਮਾਤਾ ਨੂੰ ਪੁੱਛਣ ਲੱਗਾ, ਮਾਤਾ ਜੀ ਮੇਰੇ ਪਿਤਾ ਜੀ, ਦਰਅਸਲ ਉਹਦਾ ਪਿਤਾ ਬੜਾ ਵਿਦਵਾਨ ਸੀ, ਉਹ ਵੀ ਮਿਥਿਲਾਪੁਰੀ ਰਾਜੇ ਜਨਕ ਦੇ ਬੁਲਾਵੇ 'ਤੇ ਪਹੁੰਚਿਆ ਹੋਇਆ ਸੀ। ਉਸਦੇ ਸਵਾਲ ਦੇ ਜਵਾਬ ਦੇਣ ਵਾਸਤੇ ਜਿੱਥੇ ਹਜ਼ਾਰਾਂ ਵਿਦਵਾਨ ਇਕੱਠੇ ਹੋਏ ਸਨ, ਉਹਨਾਂ ਵਿੱਚ ਇੱਕ ਉਹ ਵੀ ਗਿਆ ਹੋਇਆ ਸੀ।
ਇਹ ਸੁਣ ਕੇ ਉਸ ਦੀ ਮਾਤਾ ਦੀਆਂ ਅੱਖਾਂ ਵਿੱਚ ਕੁਝ ਅੰਸੂ ਭਰਿਆ ਹੈ। ਫਿਰ ਪੁੱਛਣਗੇ, ਮਾਤਾ ਜੀ ਮੇਰੇ ਪਿਤਾ ਜੀ, ਉਹ ਦਰਅਸਲ ਆਪਣੇ ਨਾਨਕੇ ਘਰ ਰਹਿੰਦਾ ਸੀ। ਆਪਣੇ ਨਾਨਕੇ ਘਰ ਰਹਿਣ ਕਰਕੇ ਉਸ ਦੀ ਮਾਤਾ ਆਪਣੇ ਪਿਤਾ ਨੂੰ ਪਿਤਾ ਕਹਿੰਦੀ ਹੀ ਸੀ। ਉਸ ਦੇ ਰਿਸ਼ੀ ਇਹ ਵੀ ਆਪਣੇ ਨਾਨੇ ਨੂੰ ਪਿਤਾ ਕਹਿੰਦਾ ਹੁੰਦਾ ਸੀ। ਸੋ ਇਉਂ ਕਰਕੇ ਕਹਿਣ ਲੱਗੇ, ਮੇਰੇ ਪਿਤਾ ਜੀ, ਜਿਹਨੂੰ ਮੈਂ ਪਿਤਾ ਕਹਿਣਾ, ਉਹ ਕਹਿਣਗੇ, ਬੇਟਾ ਉਹ ਮੇਰੇ ਪਿਤਾ ਜੀ ਹਨ, ਇਹ ਮੇਰਾ ਪੇਕਾ ਘਰ ਹੈ। ਤੇਰੇ ਪਿਤਾ ਜੀ ਬੜੇ ਵਿਦਵਾਨ ਹਨ, ਉਹ ਗਏ ਹੋਏ ਹਨ ਮਿਥਿਲਾਪੁਰੀ ਦੇ ਵਿੱਚ। ਰਾਜਾ ਜਨਕ ਨੂੰ 8 ਸਾਲ ਹੋ ਗਏ, ਕੋਈ ਸੰਸ਼ਾ ਪੈਦਾ ਹੋ ਗਿਆ, ਕੋਈ ਸੰਦੇਹ ਪੈਦਾ ਹੋ ਗਿਆ। ਉਹ ਸਵਾਲ ਕਰਦਾ ਹੈ ਕਿ ਇਹ ਸੱਚਾ ਕਿ ਉਹ ਸੱਚਾ, ਪਰ ਇਸ ਦਾ ਜਵਾਬ ਨਹੀਂ ਮਿਲ ਰਿਹਾ। ਉਹ ਕਹਿੰਦਾ, ਜਿਤਨੀ ਦੇਰ ਤੱਕ ਮੈਨੂੰ ਇਹਦਾ ਜਵਾਬ ਨਹੀਂ ਮਿਲੇਗਾ, ਮੈਂ ਉਤਨੀ ਦੇਰ ਤੱਕ ਇਹਨਾਂ ਵਿਦਵਾਨਾਂ ਨੂੰ ਨਹੀਂ ਜਾਣ ਦਿਆਂਗਾ। ਹੋਰ ਵੀ ਜਾ ਰਹੇ ਨੇ ਉੱਥੇ, ਪਰ ਉਸਦੇ ਸਵਾਲ ਦਾ ਜਵਾਬ ਨਾ ਮਿਲਣ ਕਰਕੇ ਨਾ ਉਹਨਾਂ ਨੂੰ ਛੁੱਟੀ ਦਿੰਦਾ ਹੈ ਅਤੇ ਨਾ ਹੀ ਉਹਦੇ ਸਵਾਲ ਦਾ ਮਾਕੂਲ ਜਵਾਬ ਮਿਲ ਰਿਹਾ ਹੈ। ਸੋ ਇਹ ਸੁਣ ਕੇ ਇਹ ਕਹਿਣ ਲੱਗਾ, ਮੈਨੂੰ ਭੇਜੋ, ਇਸ ਸਵਾਲ ਦਾ ਜਵਾਬ ਮੈਂ ਦਿਆਂਗਾ। ਇਹ ਕੀ ਵੱਡੀ ਗੱਲ ਹੈ, ਇਤਨੇ ਵਿਦਵਾਨ ਹਜ਼ਾਰਾਂ ਦੀ ਤਾਦਾਦ ਵਿੱਚ ਇਕੱਠੇ ਕੀਤੇ ਹਨ, ਕੋਈ ਵੀ ਉਸਦੇ ਸਵਾਲ ਦਾ ਜਵਾਬ ਨਹੀਂ ਦੇ ਸਕਿਆ। ਉਸ ਦੀ ਮਾਤਾ ਕਹਿਣਗੀ, ਬੇਟਾ ਤੂੰ ਬਹੁਤ ਬੱਚਾ ਹੈ, 8 ਸਾਲ ਦੀ ਤੇਰੀ ਆਯੂ, ਫਿਰ ਉੱਥੇ ਬੜੇ ਬੜੇ ਵਿਦਵਾਨ ਇਕੱਠੇ ਹੋਣ, ਉਹ ਉਸਦੇ ਸਵਾਲ ਦਾ ਜਵਾਬ ਨਹੀਂ ਦੇ ਸਕੇ, ਤੂੰ ਛੋਟਾ ਜਿਹਾ ਬੱਚਾ ਕੀ ਜਵਾਬ ਦੇਵੇਂਗਾ। ਉਹ ਕਹਿਣਗੇ, ਨਹੀਂ ਮੈਨੂੰ ਜ਼ਰੂਰ ਭੇਜੋ। ਹਠ ਕੀਤਾ ਉਸਨੇ। ਬਹੁਤਾ ਹਠ ਕਰਨ 'ਤੇ ਉਸਨੂੰ ਪਾਲਕੀ ਵਿੱਚ ਬਿਠਾ ਕੇ ਮਿਥਿਲਾਪੁਰੀ ਭੇਜ ਦਿੱਤਾ ਗਿਆ। ਮਿਥਿਲਾਪੁਰੀ ਦੇ ਵਿੱਚ ਇਹ ਗੱਲ ਉੱਡ ਗਈ ਵੀ ਸ਼ਹਿਰ ਦੇ ਵਿੱਚ ਇੱਕ ਛੋਟਾ ਜਿਹਾ ਮੁਨੀ ਆਇਆ ਹੈ, ਜਿਹਦੇ ਸਰੀਰ ਵਿੱਚ 8 ਵਲ ਪੈਂਦੇ ਹਨ। ਅਸ਼ਟਾਵਕਰ ਉਸ ਦਾ ਨਾਂ ਸੀ। ਦਰਅਸਲ ਅਸ਼ਟ ਨਾ 8 ਦਾ, ਵਕਰ ਨਾ ਵਿੰਗਾਂ ਦਾ, ਹਿੰਦੀ ਵਿੱਚ ਇਹਦੇ ਅਰਥ ਬਣਦੇ ਹੈ। ਸੋ ਕਹਿਣ ਲੱਗੇ, ਉਹ ਰਾਜਾ ਦੇ ਸਵਾਲ ਦਾ ਜਵਾਬ ਦੇਣ ਆਇਆ ਹੈ। ਮਾਕੂਲ ਜਗ੍ਹਾ 'ਤੇ ਉਸਨੂੰ ਵੀ ਰਿਹਾਇਸ਼ ਮਿਲ ਗਈ, ਯਥਾਯੋਗ ਉਸ ਦੀ ਵੀ ਸੇਵਾ ਹੁੰਦੀ ਹੈ। ਹੁਣ ਅੱਜ ਬੜਾ ਭਾਰਾ ਦਰਬਾਰ ਸਜਿਆ, ਜਿਹਦੇ ਵਿੱਚ ਬਹੁਤ ਸਾਰੇ ਵਿਦਵਾਨ ਹਨ, ਬਹੁਤ ਸਾਰੇ ਰਾਜਾ ਦੇ ਹਲਕਾਰ ਹਨ, ਬਹੁਤ ਸਾਰੇ ਪਬਲਿਕ ਦੇ ਲੋਕ ਹਨ। ਤੇ ਇਹ ਸਵਾਲ ਦਾ ਜਵਾਬ ਸੁਣਨ ਵਾਸਤੇ ਵੀ ਉਹ ਵਾਅਦਾ ਕਰਦਾ ਹੈ, ਦਾਅਵੇ ਨਾਲ ਕਹਿੰਦਾ ਹੈ, ਮੈਂ ਰਾਜੇ ਦੇ ਸਵਾਲ ਦਾ ਜਵਾਬ ਦਿਆਂਗਾ। ਇੱਕ ਹੈ ਪਰ ਛੋਟੀ ਜਿਹੀ ਉਮਰ ਦਾ, ਸਰੀਰਕ ਦਿਸ਼ਾ ਉਹਦੀ ਇਹੋ ਜਿਹੀ ਹੈ। ਰਾਜਾ ਨੇ ਸੰਦੇਸ਼ ਭੇਜਿਆ ਵੀ ਬੁਲਾਓ ਉਹਨਾਂ ਨੂੰ, ਮੁਨੀ ਜੀ ਨੂੰ। ਸੰਯਮ ਪਾਲਕੀ ਵਿੱਚ ਬੈਠ ਕੇ ਅਸ਼ਟਾਵਕਰ ਜੀ ਆਉਂਦੇ ਹਨ। ਜਿੱਥੇ ਪੰਡਾਲ ਸ਼ੁਰੂ ਹੁੰਦਾ ਹੈ, ਲੱਕੜੀਏ ਨੇ ਸੋਟੀ ਦੇ ਆਸਰੇ ਉੱਥੋਂ ਚੱਲ ਕੇ ਹੌਲੀ 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 ਆਪਣੇ ਆਸਣ 'ਤੇ ਸਟੇਜ 'ਤੇ ਆਏ। ਆ ਕੇ ਬੈਠ ਗਏ। ਸਭ ਦੇਖ ਰਹੇ ਹਨ। ਉਹਦੇ ਸਰੀਰਕ ਦਿਸ਼ਾ ਨੂੰ ਦੇਖ ਕੇ ਸਿੱਧਾ ਹਾਸਾ ਨਿਕਲ ਜਾਂਦਾ। ਕਿਉਂ? ਉਹਦੇ ਸਰੀਰ ਦੀ ਦਿਸ਼ਾ ਹੀ ਇਹੀ ਜਿਹੀ ਹੈ। 8 ਵਲ ਪੈਂਦੇ ਹਨ, ਇੱਕ ਇੱਕ ਕਦਮ ਦੇ ਉੱਪਰ 100 ਡੋਲੇ ਖਾਂਦਾ ਹੈ। ਇਹੀ ਜਿਹੀ ਉਹਦੀ ਸਰੀਰਕ ਹਾਲਤ ਹੈ। ਇਉਂ ਕਰਕੇ ਖੈਰ ਉੱਥੇ ਬੈਠ ਗਏ ਆਪਣੇ ਆਸਣ 'ਤੇ। ਹੁਣ ਰਾਜੇ ਜਨਕ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਇਹ ਸਾਰੇ ਜਿਤਨੇ ਹਨ ਮਹਾਨ ਭਾਵ, ਕੁਝ ਮੇਰੇ ਹਲਕਾਰ, ਕੁਝ ਹੋਰ ਪਬਲਿਕ ਦੇ ਲੋਕ ਇਸ ਗੱਲ ਨੂੰ ਸੁਣਨ ਵਾਸਤੇ ਉਤਸ਼ਾਹਕ ਹਨ ਵੀ ਸਵਾਲ ਦਾ ਜਵਾਬ ਮਿਲੇ। ਆਪ ਕਿਰਪਾ ਕਰੋ। ਇਹ ਸੁਣ ਕੇ ਪਹਿਲੇ ਉਹ ਪੁੱਛਣ ਲੱਗੇ, ਅਸ਼ਟਾਵਕਰ ਜੀ, ਰਾਜਨ ਇਹ ਜਿਹੜੇ ਲੋਕ ਬੈਠੇ ਹਨ ਇਹ ਕੌਣ ਹਨ? ਇਹ ਸੁਣ ਕੇ ਰਾਜਾ ਕਹਿਣ ਲੱਗਾ, ਮਹਾਰਾਜ ਕੁਝ ਵਿਦਵਾਨ ਹਨ, ਕੁਝ ਮੇਰੇ ਹਲਕਾਰ ਹਨ, ਕੁਝ ਪਬਲਿਕ ਦੇ ਲੋਕ ਹਨ। ਕਿਉਂ ਹਨ? ਉਹ ਕਹਿਣ ਲੱਗੇ, ਜਿਸ ਵਕਤ ਮੈਂ ਸਭਾ ਦੇ ਵਿੱਚ ਆਇਆ ਹਾਂ, ਮੈਨੂੰ ਵੇਖ ਕੇ ਹੱਸੇ ਕਿਉਂ ਇਹ? ਅਸ਼ਟਾਵਕਰ ਜੀ ਨੇ ਪੁੱਛਿਆ। ਪਤਾ ਉਹਨਾਂ ਨੂੰ ਸੀ ਵੀ ਉਹਦੀ ਸਰੀਰਕ ਦਿਸ਼ਾ ਨੂੰ ਦੇਖ ਕੇ ਇਹ ਹੱਸੇ ਸਨ। ਅਖੀਰ ਰਾਜਾ ਚੁੱਪ ਹੋ ਗਿਆ। ਰਾਜਾ ਵੀ ਜਾਣਦਾ ਸੀ। ਸੋ ਜਦੋਂ ਇੰਨੀ ਗੱਲ ਪੁੱਛੀ ਵੀ ਇਹ ਹੱਸੇ ਕਿਉਂ ਜਦੋਂ ਮੈਂ ਆਇਆ, ਰਾਜਾ ਚੁੱਪ ਸੀ। ਜਾਣਦਾ ਜ਼ਰੂਰ ਸੀ ਵੀ ਇਹਨਾਂ ਦੀ ਸਰੀਰਕ ਦਿਸ਼ਾ ਨੂੰ ਦੇਖ ਕੇ ਹੱਸੇ ਹਨ। ਅਖੀਰ ਜਦੋਂ ਰਾਜਾ ਚੁੱਪ ਰਿਹਾ, ਆਪਣੇ ਆਪ ਹੀ ਕਹਿਣਗੇ, ਰਾਜਨ
इन्हां चमारां दी सभा ने तेरा की सवारना सी। जिसकी निगाह सिर्फ चमड़े तक ही पहुँची हुई है, आत्मा तक नहीं पहुँची, उसने तेरा की सवारना सी। तदे 8 साल का दुखी है, तेनू शांति नहीं आ सकती। क्यों? ये मेरी शरीर की दिशा देख के हसे। इनू ये नहीं पता जे किसी गन्ने विच 8-10 फल पैंदे होणगे उहदा रस्ता मिठा हुंदा है। जे मेरे शरीर दे विच 8-10 वल पैंदे हन, मेरा आत्मा तो ऐन सचित आनंद स्वरूप है, ਉਹਦੇ ਵਿੱਚ ਰੰਚਕ ਮਾਤਰ ਫਰਕ ਨਹੀਂ ਹੈ। ਹਾਂ, ਇਹਨਾਂ ਦੀ ਦ੍ਰਿਸ਼ਟੀ ਪ੍ਰਤੀਤ ਹੁੰਦੀ ਚਮੜੇ ਤੱਕ ਹੀ ਪਹੁੰਚੀ ਹੈ। ਜਿਸ ਨੂੰ ਚਮੜੇ ਦੀ ਪਰਖ ਹੋਵੇ ਉਸ ਨੂੰ ਚਮਾਰ ਕਿਹਾ ਜਾਂਦਾ ਹੈ, ਵੈਸੇ ਜਾਤੀ ਦਾ ਨਾਂ ਚਮਾਰ ਨਹੀਂ। ਇਉਂ ਕਰਕੇ ਇਹ ਜਦੋਂ ਗੱਲਾਂ ਕਹੀਆਂ ਹੈਰਾਨ ਹੋ ਗਏ ਸਭ। ਵਾਕਈ 40 ਫੇਰੀ ਗੱਲ ਸੀ। ਅਖੀਰ ਇਹ ਗੱਲਾਂ ਕਹਿ ਕੇ ਹੁਣ ਕਹਿਣਗੇ ਆਪਣਾ ਸਵਾਲ ਕਰ ਤੂੰ, ਜਿਹੜਾ ਤੇਰਾ ਸਵਾਲ ਹੈ। राजा जनक ने हम दोवें हथ जोड़ के अर्ज की भी ये सच्चा कि वो सच्चा। ये सुन के अष्टावक्र जी मुस्कुराए, सारे बाजा करके कहन लगे, ए विद्वान लोगो, ए राजा के हलकारो, ए आम पब्लिक के लोगो, पहले तो राजा का सवाल ही गलत है। शर्म दा मारिया असली गल दस ही नहीं रहा है। ਜਿਹੜੀ ਗੱਲ ਸੁਪਨੇ ਵਿੱਚ ਰਾਜਾ ਨੂੰ ਦਿਸੀ ਸੀ ਉਹ ਫਿਰ ਸਾਰੀ ਖੋਲ੍ਹ ਕੇ ਅਸ਼ਟਾਵਕਰ ਜੀ ਨੂੰ ਉੱਥੇ ਦੱਸੀ ਵੀ ਦਰਅਸਲ ਇਹਨੂੰ ਇਉਂ ਸੁਪਨਾ ਆਇਆ, ਸੁਪਨੇ ਦੇ ਵਿੱਚ ਇਹਦਾ ਰਾਜ ਭਾਗ ਖੁੱਸਿਆ। ਸੋ ਉਸ ਮੌਕੇ ਨੂੰ ਡਰ ਬੈਠਾ ਹੋਇਆ ਹੈ, ਕਿਤੇ ਮੇਰਾ ਰਾਜ ਭਾਗ ਫੇਰ ਨਾ ਖੁੱਸ ਜਾਵੇ। ਦੁੱਖ ਤੋਂ ਹਰੇਕ ਹੀ ਡਰਿਆ ਕਰਦਾ ਹੈ। ਗੱਲ ਤਾਂ ਇਹ ਹੈ, ਇਸ ਕਰਕੇ ਪੁੱਛ ਰਿਹਾ ਵੀ ਉਹ ਸੱਚਾ ਕਿ ਇਹ ਜਾਗਰਤ ਸੱਚੀ ਹੈ। ਇਹ ਸਵਾਲ ਤਾਂ ਕੀਤਾ ਨਹੀਂ ਤੁਹਾਡੇ ਪਾਸ, ਤੁਸੀਂ ਤਾਂ ਜਵਾਬ ਵੀ ਕੀ ਦੇਵੋ। ਸੋ ਇਸ ਕਰਕੇ ਦਰਅਸਲ ਗੱਲ ਹੋਈ ਹੈ ਇਉਂ। ਉਹਦੇ ਜਵਾਬ ਵਿੱਚ ਫਿਰ ਕਹਿਣ ਲੱਗੇ, ਜਿਹਾ ਜਾ ਉਹ ਵਹਾ ਜਾ ਆ, ਜਿਹਾ ਜਾ ਸੁਪਨਾ ਵਹਾ ਜਾ ਜਾਗਰਤ। ਜਾਗਰਤ ਸੁਪਨ ਵਿੱਚ ਰੰਚਕ ਮਾਤਰ ਵੀ ਫਰਕ ਨਹੀਂ ਹੈ। ਜਗ ਜੀਵਨ ਕੈਸਾ ਜੀ ਸੁਪਨੇ ਜੈਸਾ, ਸੁਪਨੇ ਜੈਸਾ। ਜਗ ਜੀਵਨ ਕੈਸਾ ਸੁਪਨੇ ਜੈਸਾ, ਸੁਪਨੇ ਜੈਸਾ। जग जीवन कैसा सुपने जैसा
जग जीवन सुपन समान। ਜਿਹੜਾ ਇਹ ਜਾਗਰਤ ਹੈ, ਜਗਤ ਦਾ ਜਿਉਣਾ ਕੈਸਾ ਹੈ? ਜਿਵੇਂ ਸੁਪਨਾ ਹੈ। ਹਾਂ, ਸੁਪਨੇ ਦੇ ਵਿੱਚ ਜੋ ਕੁਛ ਦੇਖਦਾ ਹੈ ਉਹ ਬਿਲਕੁਲ ਸੱਚ ਪ੍ਰਤੀਤ ਹੁੰਦਾ ਉਤਨੀ ਦੇਰ ਵਾਸਤੇ, ਪਰ ਜਦੋਂ ਜਾਗ ਆਉਂਦੀ ਹੈ ਫਿਰ ਭਾਵੇਂ ਕਹਿੰਦਾ ਹੈ ਵੀ ਉਹ ਮੈਂ ਤਾਂ ਆਪਣੇ ਬਿਸਤਰੇ 'ਤੇ ਪਿਆ ਹੋਇਆ, ਇਹ ਸੁਪਨਾ ਸੀ। ਜਾਂ ਕੂਕ ਨੀਂਦ ਆ ਜਾਂਦੀ ਹੈ, ਫਿਰ ਨਾ ਸੁਪਨ ਰਹੇ ਨਾ ਜਾਗਰਤ ਹੈ, ਦੋਵੇਂ ਨਹੀਂ ਰਹਿੰਦੇ। ਕਿਉਂਕਿ ਉਸ ਅਵਸਥਾ ਦੇ ਵਿੱਚ, ਕੂਕ ਨੀਂਦ ਦੇ ਵਿੱਚ ਮਨ ਜਿਹੜਾ ਹੈ ਇਹ ਆਪਣੇ ਕਾਰਨ ਅਵਿਦਿਆ ਵਿੱਚ ਲੈ ਹੋ ਜਾਂਦਾ, ਉੱਥੇ ਸੁਪਨਾ ਨਹੀਂ ਹੁੰਦਾ। ਯਾਨੀ ਉੱਥੇ ਕੋਈ ਜਾਗਰਤ ਜਾਂ ਸੁਪਨ ਕੁਛ ਵੀ ਨਹੀਂ ਹੁੰਦਾ। ਜਿਸ ਵਕਤ ਇਹ ਸਮਾਧੀ ਵਿੱਚ ਲੈ ਹੁੰਦਾ ਹੈ ਉਦੋਂ ਆਤਮਾ ਵਿੱਚ ਲੈ ਹੁੰਦਾ ਹੈ। ਆਤਮਾ ਚੂँਕਿ ਨਿਰਵਿਕਲਪ ਹੈ, ਉੱਥੇ ਵੀ ਕੋਈ ਨਾ ਜਾਗਰਤ ਹੈ, ਆ ਸੰਸਾਰ ਹੈ, ਨਾ ਸੁਪਨ ਪ੍ਰਪੰਚ ਹੈ, ਦੋਵੇਂ ਨਹੀਂ। ਇੱਥੋਂ ਸਿੱਧ ਹੋਇਆ ਵੀ ਜੋ ਜਾਗਰਤ ਔਰ ਸੁਪਨ ਦੋਵੇਂ ਅਵਸਥਾ ਹਨ, ਇਹ ਸਿਰਫ ਮਨ ਦੀ ਕਲਪਨਾ ਦਾ ਨਾਮ ਹੈ। ਮਨ ਦੀ ਕਲਪਨਾ ਹੈ। ਅਗਰ ਮਨ ਦੀ ਕਲਪਨਾ ਕਿਵੇਂ ਮੁੱਕ ਜਾਏ, ਇਹ ਦੋਵੇਂ ਖਤਮ ਹਨ। ਦੁੱਖ ਇਹਨਾਂ ਦੋਨਾਂ ਅਵਸਥਾਵਾਂ ਦੇ ਵਿੱਚ ਹੈ। ਕੂਕ ਨੀਂਦ ਵਿੱਚ ਕਿਸੇ ਨੂੰ ਦੁੱਖ ਨਹੀਂ ਕਦੇ ਵਿਆਪਿਆ, ਸਮਾਧੀ ਵਿੱਚ ਕਦੇ ਕਿਸੇ ਨੂੰ ਦੁੱਖ ਨਹੀਂ ਵਿਆਪਿਆ। ਸਮਾਧੀ ਤਾਂ ਹਰੇਕ ਨੂੰ ਪ੍ਰਾਪਤ ਨਹੀਂ ਭਾਵੇਂ ਹੁੰਦੀ, ਲੇਕਿਨ ਕੂਕ ਨੀਂਦ ਤਾਂ ਹਰੇਕ ਨੂੰ ਆਉਂਦੀ ਹੈ, ਸਾਰੇ ਜਾਣਦੇ ਹਨ। ਸੋ ਇਉਂ ਇਸ ਕਰਕੇ ਕਹਿਣ ਲੱਗੇ ਰਾਜਨ, ਜਾਗਰਤ ਔਰ ਸੁਪਨ ਦੋਵੇਂ ਇੱਕੋ ਜਿਹੇ ਹਨ, ਇਹਨਾਂ ਵਿੱਚ ਫਰਕ ਕੋਈ ਵੀ ਨਹੀਂ ਹੈ। ਹਾਂ, ਗਲਤੀ ਕਰਕੇ, ਭੁੱਲ ਕਰਕੇ, ਭਰਮ ਕਰਕੇ, ਅਗਿਆਨ ਕਰਕੇ ਭਰਮ ਪ੍ਰਤੀਤ ਹੁੰਦਾ ਹੈ। ਇਸ ਕਰਕੇ ਜਾਗਰਤ ਔਰ ਸੁਪਨ ਦੋਵੇਂ ਇੱਕੋ ਜਿਹੇ ਹਨ। ਫਿਰ ਇਹ ਵੀ ਨਾਲ ਦੀ ਨਾਲ ਕਿਹਾ, ਰਾਜਨ ਤੂੰ ਨਿਆਂਕਾਰੀ ਸੀ, ਧਰਮਾਤਮਾ ਸੀ, ਸੰਤ ਸੇਵੀ ਸੀ, ਤੇਰੇ ਵਿੱਚ ਜਿਹੋ ਜਿਹੇ ਰਾਜਿਆਂ 'ਚ ਗੁਣ ਚਾਹੀਦੇ ਪਾਏ ਜਾਂਦੇ ਸਨ। ਇਸ ਕਰਕੇ ਪਿਛਲੇ ਜਨਮ ਦਾ ਤੇਰਾ ਇਹੋ ਜਿਹਾ ਸੰਸਕਾਰ ਸੀ, ਤੇਰਾ 8 ਸਾਲ ਵਾਸਤੇ ਰਾਜ ਜ਼ਰੂਰ ਖੁੱਸ ਜਾਣਾ ਸੀ, ਪਰ ਇਹ ਸਾਰੀ ਖੇਡ ਸੁਪਨੇ ਵਿੱਚ ਹੀ ਟਲ ਗਈ ਹੈ। ਕਿਉਂਕਿ ਤੂੰ ਸੰਤ ਸੇਵੀ ਸੀ, ਨਿਆਂਕਾਰੀ ਸੀ, ਧਰਮਾਤਮਾ ਸੀ, ਪ੍ਰਜਾ ਪਾਲਕ ਸੀ। ਤੇਰੇ ਵਿੱਚ ਜਿਹੇ ਜਿਹੇ ਗੁਣ ਚਾਹੀਦੇ ਸਨ, ਰਾਜਿਆਂ ਵਾਲੇ ਪਾਏ ਜਾਂਦੇ ਸਨ, ਉਸਨੇ ਤੇਰੇ ਇਹ ਸਾਰੇ ਸੁਪਨ ਵਿੱਚ ਹੀ ਨਸ਼ਟ। ਜਿਵੇਂ ਗੁਰੂ ਅਰਜਨ ਦੇਵ ਪੰਜਮ ਪਾਤਸ਼ਾਹ ਨੇ ਮੰਡੀ ਸੁਕੇਤ ਵਾਲੇ ਦਾ ਇੱਕ ਜਨਮ 60 ਸਾਲ ਦੀ ਆਯੂ ਜਿਹੜੀ ਉਸਨੇ ਇੱਕ ਭੰਗੀ ਦੇ ਘਰ ਜਨਮ ਧਾਰ ਕੇ ਦੁੱਖ ਤਕਲੀਫਾਂ ਉਠਾਉਣੀਆਂ ਸੀਗੀਆਂ, ਉਹਨੂੰ ਸੁਪਨੇ ਵਿੱਚ ਹੀ ਭੁਗਤਾ ਦਿੱਤੀ ਸੀ। ਜਦੋਂ ਉਹਨੇ ਸ਼ੰਕਾ ਕੀਤਾ ਸੀ, ਲੇਖ ਨ ਮਿਟੀਏ ਸਖੀ ਜੋ ਲਿਖਿਆ ਕਰਤਾਰ। ਮੰਡੀ ਸੁਕੇਤ ਦਾ ਰਾਜਾ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਵਾਸਤੇ ਆਉਂਦਾ ਹੈ ਅੰਮ੍ਰਿਤਸਰ। ਗੁਰੂ ਜੀ ਉਸ ਮੌਕੇ ਦੱਖਣੀ ਓਂਕਾਰ ਦਾ ਪਾਠ ਕਰ ਰਹੇ ਸਨ, ਜਿਹਦੇ ਵਿੱਚ ਇਹ ਬਚਨ ਆ ਰਿਹਾ ਸੀ, ਲੇਖ ਨ ਮਿਟਹੀ ਹੈ ਸਖੀ, ਲੇਖ ਨ ਮਿਟਹੀ ਹੈ ਸਖੀ, ਲੇਖ ਨ ਮਿਟਹੀ ਹੈ ਸਖੀ, ਲੇਖ ਨ ਮਿਟਹੀ ਹੈ ਸਖੀ। ਲੇਖ ਨ ਮਿਟਹੀ ਹੈ ਸਖੀ ਜੋ ਲਿਖਿਆ ਕਰਤਾਰ। ਜੋ ਕਰਤਾਰ ਨੇ ਮੱਥੇ ਉੱਪਰ ਲੇਖ ਲਿਖ ਦਿੱਤਾ ਉਹ ਨਹੀਂ ਮਿਟਦਾ। ਇਹਦਾ ਇਹ ਭਾਵ ਸੁਣ ਕੇ ਸਮਝ ਕੇ ਚਿੱਤ ਵਿੱਚ ਸੋਚਦਾ ਹੈ,
ਭਈ ਇੱਥੇ ਗੁਰੂ ਕੇ ਦਰਸ਼ਨ ਵਾਸਤੇ ਆਏ ਹਾਂ, 1 ਲੱਖ ਰੁਪਈਏ ਗੁਰੂ ਕੇ ਲੰਗਰ ਵਾਸਤੇ ਭੇਟ ਕੀਤਾ ਹੈ। ਫਿਰ ਜੇ ਲੇਖ ਨਾ ਮਿਟਿਆ ਇਹਦਾ ਫਾਇਦਾ ਕੀ? ਐਡੀ ਦੂਰੋਂ ਚੱਲ ਕੇ ਗੁਰੂ ਦੇ ਦਰਸ਼ਨਾਂ ਵਾਸਤੇ ਉਹਨਾਂ ਸਮਿਆਂ ਵਿੱਚ ਆਉਣ ਜਾਣ ਦੇ ਸਾਧਨ ਵੀ ਸੌਖੇ ਨਹੀਂ ਸਨ। ਇਉਂ ਆਏ ਹਾਂ ਅਤੇ 1 ਲੱਖ ਰੁਪਇਆ ਗੁਰੂ ਕੇ ਲੰਗਰ ਵਿੱਚ ਵੀ ਭੇਟ ਕੀਤਾ ਹੈ, ਲੇਖ ਮਿਟਣਾ ਨਹੀਂ, ਫਾਇਦਾ ਫਿਰ ਕੀ? ਇਹ ਸੁਣ ਕੇ ਉਹਦੇ ਚਿੱਤ ਵਿੱਚ ਸੰਸਾ ਪੈਦਾ ਹੋ ਗਿਆ। ਪਰ ਗੁਰੂ ਜੀ ਨੇ ਇਹ ਸਾਰਾ ਸੰਸਾ ਉਸਦਾ ਜਾਣਿਆ ਅਤੇ ਆਗਿਆ ਮੰਗੀ, ਮਹਾਰਾਜ ਆਗਿਆ ਦਿਓ, ਪਿੱਛੇ ਰਾਜ ਕਾਜ ਹੈ। ਕਈ ਬਾਣੀ ਦਾ ਅਰਥ ਭਾਵਨਾ ਸਮਝ ਕੇ ਗਲਤ ਅਰਥ ਲਗਾ ਕੇ ਉਹ ਤੋਂ ਗਲਤ ਫਾਇਦਾ ਉਠਾ ਲੈਂਦੇ ਹਨ। ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਦਾ ਉਧਾਰ ਕਰਦੇ ਕਰਦੇ ਸਾਉਣ ਭਾਦੋਂ ਦੇ 2 ਮਹੀਨੇ ਜਿਹੜੇ ਹੁੰਦੇ ਸਨ, ਬਾਰਿਸ਼ਾਂ ਪੈਂਦੀਆਂ ਹੁੰਦੀਆਂ ਸਨ ਜ਼ਿਆਦਾ, ਕਿਤੇ ਨਾ ਕਿਤੇ ਇੱਕ ਥਾਂ ਟਿਕ ਕੇ ਉਹ ਸਮਾਂ ਗੁਜ਼ਾਰਦੇ ਸਨ। ਆਪ ਜੀ ਛੋਟਾ ਜਿਹਾ ਇੱਕ ਟਾਊਨ ਹੈ, ਉਹਦੇ ਬਾਹਰ ਕੁਝ ਫਾਸਲੇ 'ਤੇ ਇੱਕ ਉੱਚਾ ਟਿੱਬਾ, ਇੱਕ ਬਹੁਤ ਸੋਹਣਾ ਦਰਖਤ, ਮਾਨੋ ਤੰਬੂ ਲੱਗੇ ਇਹੋ ਜਿਹਾ ਦਰਖਤ ਹੈ। ਮਨ ਨੂੰ ਬੜੀ ਸ਼ਾਂਤਤਾ ਆਈ, ਮਨ ਨੂੰ ਠੰਡ ਪ੍ਰਾਪਤ ਹੋਈ। ਉਹ ਸ਼ਾਂਤੀ, ਉਹ ਠੰਡ ਦੁਨੀਆ ਦੇ ਕਿਸੇ ਪਦਾਰਥ ਵਿੱਚ ਨਹੀਂ ਹੈ। ਸੋ ਬਹੁਤ ਖੁਸ਼ ਹੋਇਆ ਅਤੇ ਪੁੱਛਣ ਲੱਗਾ ਭਾਈ ਵਾਲੇ ਨੂੰ ਵੀ ਭੋਜਨ ਪਾਣੀ ਦਾ ਇੰਤਜ਼ਾਮ ਕਿਵੇਂ ਹੈ? ਭਾਈ ਵਾਲੇ ਨੇ ਕਿਹਾ ਗੁਰੂ ਨਾਨਕ ਜੀ ਹਨ, ਕੋਈ ਪ੍ਰੇਮੀ ਲੈ ਆਉਂਦਾ ਉਸ ਦਾ ਪ੍ਰੇਮ ਪੂਰਾ ਕਰ ਦਿੰਦੇ ਨੇ, ਵਰਨਾ ਪਾਉਣ ਹਾਰੀ ਰਹਿੰਦੇ ਹਨ। ਭੁੱਖ ਤਾਂ ਜ਼ਿਆਦਾਤਰ ਭਾਈ ਮਰਦਾਨੇ ਨੂੰ ਹੀ ਲੱਗਦੀ ਹੈ, ਇਸ ਕਰਕੇ ਜੇ ਕੋਈ ਲਿਆਉਂਦਾ ਉਹਦਾ ਪ੍ਰੇਮ ਪੂਰਾ ਜ਼ਰੂਰ ਕਰ ਦਿੰਦੇ। ਅਜੇ ਤੱਕ ਕਿਸੇ ਨੇ ਐਸਾ ਨਹੀਂ ਕੀਤਾ। ਖੈਰ ਉਸਨੇ ਰੋਜ਼ ਹੀ ਸ਼ਾਮ ਦੇ ਵਕਤ ਸਵਖਤੇ ਦੁਕਾਨ ਬੰਦ ਕਰਕੇ ਕੁਛ ਭੋਜਨ ਪਾਣੀ ਲੈ ਆਉਣਾ, ਕੀਰਤਨ ਸੁਣਨਾ, ਦਰਸ਼ਨ ਕਰਨੇ ਗੁਰੂ ਕੇ, ਕੁਝ ਬਚਨ ਸੁਣਨੇ ਔਰ ਭੋਜਨ ਪਾਣੀ ਛਕਾਉਣਾ, ਸੇਵਾ ਆਦਿ ਕਰਕੇ ਕੁਛ ਅੰਧੇਰੇ ਹੋਏ ਘਰ ਨੂੰ ਵਾਪਸ ਜਾਣਾ। ਰੋਜ਼ਾਨਾ ਉਸਨੇ ਇਹ ਆਪਣਾ ਇੱਕ ਕਿਸਮ ਦਾ ਨਿਯਮ ਮੰਨ ਲਿਆ। ਉਸ ਦਾ ਹੋਰ ਗੁਆਂਢੀ ਇੱਕ ਦੁਕਾਨਦਾਰ ਸੀ, ਉਹ ਇਸ ਨੂੰ ਕਹਿਣ ਲੱਗਾ, ਬਈ ਸਵਖਤੇ ਕਿੱਥੇ ਚਲਾ ਜਾਂਦਾ ਹੈ? ਐਡੇ ਵੱਡੇ ਦਿਨ ਦੇ ਨਾਲ ਦੁਕਾਨ ਬੰਦ ਕਰਨੀ, ਪਹਿਲੇ ਸਮਿਆਂ ਦੇ ਵਿੱਚ ਐਸਾ ਨਹੀਂ ਸੀ ਹੁੰਦਾ ਆਪਣੇ ਭਾਰਤ ਵਿੱਚ। ਕਹਿੰਦਾ ਦੁਕਾਨਦਾਰ ਤਾਂ ਸਭ ਤੋਂ ਪਹਿਲੇ ਦੁਕਾਨ ਕੋਲ ਸਭ ਤੋਂ ਪਿੱਛੋਂ ਬੰਦ ਕਰੇ ਤਾਂ ਜਾ ਕੇ ਕੁਛ ਖਟਦਾ ਹੁੰਦਾ ਹੈ, ਤੂੰ ਇਸ ਵਕਤ ਹੀ ਦੁਕਾਨ ਬੰਦ ਕਰ ਜਾਂਦਾ, ਗੱਲ ਕੀ ਹੈ? ਉਹ ਕਹਿੰਦਾ ਬਈ ਸੰਤ ਹਨ ਉੱਥੇ 3 ਆਏ ਹੋਏ, ਗੁਰੂ ਨਾਨਕ ਜੀ ਜਿਹਦਾ ਨਾਂ ਹੈ ਭਾਈ ਬਾਲਾ ਮਰਦਾਨਾ ਸੇਵਾਦਾਰ ਹਨ, ਉਹਨਾਂ ਦੇ ਦਰਸ਼ਨ ਵਾਸਤੇ ਜਾਣਾ, ਜਿੰਨਾ ਕਰਾਉਂਦੇ ਹਨ ਸੇਵਾ ਕਰਿਆਈਂਦੀ ਹੈ, ਕੀਰਤਨ ਸੁਣੀ ਦਾ, ਦਰਸ਼ਨ ਕਰਕੇ ਬੜਾ ਆਨੰਦ ਪ੍ਰਾਪਤ ਹੁੰਦਾ, ਮਨ ਨੂੰ ਸ਼ਾਂਤ ਨਸੀਬ ਹੁੰਦੀ ਹੈ। ਇਹ ਸੁਣ ਕੇ ਕਹਿਣ ਲੱਗਾ, ਜੇਕਰ ਇਹੋ ਜਿਹੀ ਗੱਲ ਹੈ ਤਾਂ ਮੈਨੂੰ ਵੀ ਲੈ ਚੱਲ। ਉਹ ਕਹਿੰਦੇ ਤੇਰੇ ਵਾਸਤੇ ਰੁਕਾਵਟ ਹੈ ਕੋਈ? ਸਤਸੰਗ ਨੂੰ ਜਿੰਦਰੇ ਦਾ ਨਹੀਂ ਲੱਗੇ, ਕੋਈ ਆਓ ਜੈਂਦਰ ਆਬਦ ਜਾਤ ਹੈ, ਹਟਕੇ ਨਾਹੀ ਕੋਏ, ਸੋਦਰ ਕੈਸੇ ਛੋੜੀਏ ਜੋਦਰ ਐਸਾ ਹੋਏ। ਕੋਈ ਆਓ ਸ਼ਰਧਾ ਭਾਵਨਾ ਨਾਲ ਜਿਹੀ ਜੀ ਭਾਵਨਾ ਵੈਸਾ ਫਲ ਮਿਲਦਾ ਹੈ। ਉਹ ਵੀ ਅੱਜ ਤੁਰ ਪਿਆ, ਪਰ ਮਾੜੇ ਭਾਗ ਸਤਸੰਗ ਵਿੱਚ ਪਹੁੰਚਣ ਨਹੀਂ ਦਿੰਦੇ, ਕਿਸੇ न ਕਿਸੇ ਤਰੀਕੇ ਸਿਰ ਰੁਕਾਵਟ ਪੈਦਾ ਕਰਦੇ ਹਨ, ਕੋਈ ਤਰਕ ਪੈਦਾ ਕਰ ਦੇਣੀ, ਕੋਈ ਹੋਰ ਬਹਾਨਾ ਹੋ ਜਾਣਾ। ਇਉਂ ਰਸਤੇ ਦੇ ਵਿੱਚ ਇੱਕ ਬੁਰਾ ਬਾਜ਼ਾਰ ਸੀ, ਇਹ ਉੱਥੇ ਜਾਣ ਲੱਗ ਪਿਆ ਮੇਰੇ ਪਾਸ। ਇਸ ਤਰੀਕੇ ਸਿਰ ਦੁਕਾਨ ਦੋਨਾਂ ਨੇ ਇੱਕੋ ਵੇਲੇ ਬੰਦ ਕਰਨੀ, ਪਰ ਉਹ ਗੁਰੂ ਕਾ ਪ੍ਰੇਮੀ ਰੋਜ਼ ਕੁਛ ਨੂੰ ਕੁਛ ਭੋਜਨ ਬਣਾ ਕੇ ਗੁਰੂ ਕੇ ਦਰਸ਼ਨ ਵਾਸਤੇ ਆਉਂਦਾ, ਭੋਜਨ ਛਕਾਉਂਦਾ, ਕੀਰਤਨ ਸੁਣਦਾ, ਬਚਨ ਸੁਣਦਾ, ਸੇਵਾ ਕਰਦਾ। ਦੂਜਾ ਬੁਰੇ ਪਾਸੇ ਜਾਂਦਾ ਸੀ, ਦੁਕਾਨ ਇੱਕੋ ਵੇਲੇ ਬੰਦ ਕਰਨੀ। ਇਉਂ ਇੱਕ ਦਿਨ ਦਾ ਜ਼ਿਕਰ, ਉਹਨਾਂ ਦੇ ਮਕਾਨ ਵੀ ਇਕੱਠੇ ਹੀ ਸਨ। ਉਹ ਮਨਮੁਖ ਜਿਹੜਾ ਸੀ ਕਹਿਣਗਾ, ਕਿਹੜੇ ਵੇਲੇ ਵਾਪਸ ਆਉਣਾ ਹੁੰਦਾ ਹੈ? ਉਹ ਕਹਿੰਦਾ ਬਈ ਕੁਛ ਦੇਰ ਹੋ ਜਾਂਦੀ ਹੈ। ਚੰਗਾ, ਕਹਿਣ ਲੱਗਾ ਅੱਜ ਆਪਾਂ ਘਰ ਵੀ ਇਕੱਠੇ ਹੀ ਚੱਲਣਾ ਹੈ, ਜੇ ਤੂੰ ਪਹਿਲਾਂ ਆ ਗਿਆ ਤੂੰ ਇੱਥੇ ਬੈਠ ਜਾਈਂ, ਮੈਂ ਪਹਿਲਾਂ ਮੈਂ ਬਹਿ ਜਾਊਂ, ਇਕੱਠੇ ਘਰ ਨੂੰ ਵੀ ਇਕੱਠੇ ਹੀ ਚੱਲਾਂਗੇ। ਖੈਰ ਇਸੀ ਤਰ੍ਹਾਂ ਉਹ ਪ੍ਰੇਮੀ ਤਾਂ ਗੁਰੂ ਅੱਗੇ ਚਲਾ ਗਿਆ। ਉਹ ਜਿੱਥੇ ਜਾਂਦਾ ਹੁੰਦਾ ਸੀ ਉੱਥੇ ਉਸ ਮਕਾਨ ਨੂੰ ਜਿੰਦਰਾ ਲੱਗਿਆ ਦੇਖਿਆ।
ਆ ਕੇ ਉੱਥੇ ਬੈਠ ਕੇ ਜਿੱਤ ਦਾ ਵਾਅਦਾ ਕੀਤਾ ਸੀ। ਉਦਾਸ ਆਦਮੀ ਇਹੀਆਂ ਜਿਹੀਆਂ ਹਰਕਤਾਂ ਕਰਦਾ, ਜਾਂ ਤਾਂ ਉਂਗਲਾਂ ਦੀਆਂ ਗੰਢਾਂ ਭੰਨੂਗਾ, ਜਾਂ ਕੁਛ ਡੱਕੇ ਭੰਨੂਗਾ, ਜਾਂ ਮਿੱਟੀ ਪੱਟੂ, ਇਹੋ ਜਿਹੀਆਂ ਹਰਕਤਾਂ ਕਰਦਾ ਹੁੰਦਾ ਹੈ। ਮਿੱਟੀ ਪੱਟਣ ਲੱਗ ਗਿਆ ਅਤੇ ਪੱਟਦੇ ਪੱਟਦੇ ਨੂੰ ਇੱਕ ਬੁਕਚਾ ਲੱਭ ਗਿਆ। ਬੁਕਚਾ ਖੋਲ੍ਹਿਆ ਤਾਂ ਉਹਦੇ ਵਿੱਚ ਸਾਰੇ ਕੋਇਲੇ, ਇੱਕ ਸੋਨੇ ਦੀ ਮੋਹਰ। ਇਹ ਸੋਨੇ ਦੀ ਮੋਹਰ ਦੇਖ ਕੇ ਬੜਾ ਖੁਸ਼ ਹੋਇਆ ਵੀ ਮੋਹਰ ਲੱਭ ਗਈ ਹੈ। ਗੁਰੂ ਕਾ ਪ੍ਰੇਮੀ ਰਸਤੇ ਦੇ ਵਿੱਚ ਅੰਧੇਰਾ ਸੀ, ਉਹਦੇ ਪੈਰ ਵਿੱਚ ਇੱਕ ਸੂਲ ਲੱਗੀ, ਇਹਨੇ ਬੜਾ ਕੰਡਾ ਲੱਗਿਆ। ਕੰਡਾ ਲੱਗਣ ਕਰਕੇ ਉਹਨੂੰ ਬੜੀ ਤਕਲੀਫ ਹੈ, ਲੰਗ ਮਾਰਦਾ ਚਲਾ ਆ ਰਿਹਾ। ਦੂਰੋਂ ਦੇਖ ਕੇ ਲੰਗ ਮਾਰਦੇ ਨੂੰ ਕਹਿਣਗੇ ਕੀ ਲਿਆ? ਸਾਧਾਂ ਸੰਤਾਂ 'ਤੇ ਖੁਸ਼ਕ ਮਾਰ ਗਏ ਤਾਂ ਦੇਖ ਅਸੀਂ ਮੈਨੂੰ ਮੋਹਰ ਲੱਭੀ ਹੈ, ਭਾਵੇਂ ਮੈਂ ਬੁਰੇ ਪਾਸੇ ਜਾਣਾ। ਉਹ ਪ੍ਰੇਮੀ ਕਹਿਣ ਲੱਗਾ, ਗੁਰੂ ਕਾ ਕਹਿਣ ਲੱਗਾ, ਇਹ ਨਿਯਮ ਹੈ। ਜਿਹੜੇ ਚੰਗੇ ਮਾਰਗ 'ਤੇ ਚੱਲਦੇ ਹਨ, ਸਮਾਰਗ 'ਤੇ ਚੱਲਦੇ ਹਨ, ਉਹਨਾਂ ਦੇ ਪਿਛਲੇ ਜਨਮ ਦੇ ਮੰਦ ਕਰਮ ਯਾਨੀ ਮਾੜੇ ਕਰਮ ਨਸ਼ਟ ਹੁੰਦੇ ਨੇ। ਸਮਾਰਗ ਚੱਲਣ ਵਾਲਿਆਂ ਦੇ ਜਿਹੜੇ ਮਾੜੇ ਰਸਤੇ ਚੱਲਦੇ ਹਨ, ਉਹਦੇ ਪਿਛਲੇ ਪੁੰਨ ਨਸ਼ਟ ਹੋ ਜਾਂਦੇ ਹਨ। ਇਉਂ ਸਮਝ ਲਓ ਪਿਛਲੇ ਜਨਮ ਦੇ ਪੁੰਨ ਨਸ਼ਟ ਹੁੰਦੇ ਹਨ। ਖੈਰ ਸਾਨੂੰ ਨਹੀਂ ਪਤਾ, ਕੱਲ੍ਹ ਨੂੰ ਚੱਲ ਕੇ ਅਸੀਂ ਸੰਤਾਂ ਨੂੰ ਪੁੱਛਾਂਗੇ। ਅੱਜ ਉਹ ਵੀ ਇਹ ਪੁੱਛਣ ਵਾਸਤੇ ਆ ਗਿਆ। ਗੁਰੂ ਜੀ ਪਾਸ ਅਰਜ਼ ਕੀਤੀ, ਪ੍ਰੇਮੀ ਨੇ ਗਰੀਬ ਨਵਾਜ਼, ਮੈਂ ਤਾਂ ਰੋਜ਼ ਜੋ ਕੁਛ ਆਪ ਕਰਵਾਉਂਦੇ ਹੋ, ਭੋਜਨ ਪਾਣੀ ਲਿਆ ਕੇ ਸੇਵਾ ਕਰੀਦੀ ਹੈ ਅਤੇ ਦਰਸ਼ਨ ਕਰੀਦਾ, ਕੀਰਤਨ ਸੁਣੀਦਾ। ਕਈ ਦਿਨ ਹੋ ਗਏ ਇਉਂ ਆਪ ਜੋ ਕੁਛ ਕਰਵਾਉਂਦੇ ਹੋ ਐਸਾ ਕਰਦਾ ਹਾਂ। ਇਹ ਬੁਰੇ ਪਾਸੇ ਜਾਂਦਾ। ਇਹਨੂੰ ਰਾਤ ਇੱਕ ਬੁਕਚਾ ਲੱਭਿਆ ਹੈ ਜੋ ਕੋਇਲਿਆਂ ਦਾ ਭਰਿਆ, ਇੱਕ ਮੋਹਰ, ਅਤੇ ਮੇਰੇ ਰਾਤ ਕੰਡਾ ਲੱਗਿਆ ਬੜਾ ਜ਼ਬਰਦਸਤ। ਮੈਨੂੰ ਮਾਹੌਲ ਕਰਦਾ ਹੈ, ਕਹਿਣ ਲੱਗੇ ਕੀ ਲਿਆ? ਸਾਦਾ ਸੰਤਾਂ ਪਾਸ ਜਾ ਕੇ। ਸੋ ਇਸ ਵਾਸਤੇ ਆਪ ਕਿਰਪਾ ਕਰਕੇ ਦੱਸੋ ਇਹ ਕੀ ਕਾਰਨ ਹੈ? ਗੁਰੂ ਜੀ ਕਹਿਣ ਲੱਗੇ ਤੁਹਾਨੂੰ ਪਿਛਲੇ ਜਨਮ ਦਾ ਕੁਛ ਪਤਾ ਹੈ? ਕਿ ਨਹੀਂ ਮਹਾਰਾਜ। ਫਿਰ ਜੇ ਪਤਾ ਹੀ ਨਹੀਂ ਤੁਸੀਂ ਦੱਸ ਕੀ ਸਕਦੇ ਹੋ, ਜਾਣ ਕੀ ਸਕਦੇ ਹੋ? ਇਉਂ ਗੁਰੂ ਜੀ ਕਹਿਣ ਲੱਗੇ ਦੇਖੋ ਸਮਾਰਗ ਚੱਲਣ ਵਾਲੇ ਪੁਰਸ਼ ਜਿਹੜੇ ਹਨ, ਉਹਦੇ ਪਿਛਲੇ ਜਨਮ ਦੇ ਮੰਦ ਕਰਮ ਨਸ਼ਟ ਹੋਇਆ ਕਰਦੇ ਹਨ। ਇਹਨੇ ਦੁੱਖ ਕੈਂਸਲ ਹੁੰਦੇ ਨੇ। ਕਾਇਦਾ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਏ ਆ, ਉਹਦੀ ਮੈਲ ਦੂਰ ਹੁੰਦੀ ਹੈ। ਸੋ ਇਉਂ ਜਿਹੜੇ ਮਾੜੇ ਰਸਤੇ ਚੱਲਦੇ ਹਨ, ਉਹਨਾਂ ਦੇ ਚੰਗੇ ਕਰਮ ਨਸ਼ਟ ਹੋ ਜਾਂਦੇ ਹਨ, ਯਾਨੀ ਸੁੱਖ ਨਸ਼ਟ ਹੁੰਦੇ ਹਨ। ਇਹ ਹੈ ਗੁਰੂ ਜੀ ਕਹਿਣਗੇ ਦੇਖ ਪਿਛਲੇ ਜਨਮ ਦੇ ਵਿੱਚ ਇਸਨੇ ਇੱਕ ਮੋਹਰ ਦਾਨ ਕੀਤੀ ਸੀ, ਉਹਦਾ ਬੁਕਚਾ ਭਰਿਆ ਲੱਭਣਾ ਸੀ, 1000 ਮੋਹਰ ਲੱਭਣੀ ਸੀ, ਪਰ ਬੁਰੇ ਪਾਸੇ ਜਾਣ ਕਰਕੇ ਉਹ ਮੋਹਰਾਂ ਦੇ ਕੋਇਲੇ ਬਣਦੇ ਚਲੇ ਗਏ। ਪਾਪ ਰੂਪੀ ਕਰਮ ਵਿੱਚ ਉਹ ਕੋਇਲੇ ਜਿਹੜੇ ਸਾਨੇ ਮੋਹਰਾਂ ਸੀ, ਕੋਇਲੇ ਬਣ ਗਏ। ਜੇ ਅੱਜ ਜਾਉਂਦਾ ਇਹ ਵੀ ਕੋਇਲਾ ਬਣ ਜਾਣਾ ਸੀ। ਤੂੰ ਚੁੰਗੇ ਚੰਗੇ ਪਾਸੇ ਆਉਣਾ ਹੈ। ਪਿਛਲੇ ਜਨਮ ਵਿੱਚ ਤੇ ਤੂੰ ਕੁਛ ਇਹੋ ਜਿਹਾ ਕਰਮ ਹੋਇਆ ਸੀ ਜਿਸ ਦਾ ਫਲ ਤੇ ਸੂਲੀ ਚੜ੍ਹਨਾ ਸੀ, ਪਰ ਉਹ ਸੂਲੀ ਦਾ ਛੁਟਕਾਰਾ ਤੇਰਾ ਸੂਲ ਨਾਲ ਹੀ ਹੋ ਗਿਆ ਹੈ। ਕਿਉਂ ਕਰਮ ਕੈਂਸਲ ਹੋ ਗਏ। ਇਸ ਤਰੀਕੇ ਸਿਰ ਜਿਹੜੇ ਸਮਾਰਗ ਚੱਲਣ ਵਾਲੇ ਪੁਰਸ਼, ਉਹਨਾਂ ਦੇ ਮੰਦ ਕਰਮ ਕੈਂਸਲ ਹੁੰਦੇ ਹਨ। ਜਿਹੜੇ ਕੁਮਾਰਗ ਚੱਲਣ ਵਾਲੇ ਹੁੰਦੇ ਪੁੰਨ ਕਰਮ ਕੈਂਸਲ ਹੁੰਦੇ ਹਨ, ਯਾਨੀ ਸੁੱਖ ਨਸ਼ਟ ਹੁੰਦੇ ਹਨ। ਸੋ ਇਸੀ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਰਾਜਾ ਦਾ ਉਹ ਇੱਕ ਸੁਪਨੇ ਦੇ ਵਿੱਚ ਹੀ ਇੱਕ ਜਨਮ ਭੁਗਤਾਇਆ, ਜਿਹੜਾ ਕਹਿੰਦਾ ਸੀ ਫਿਰ ਉਹਨੂੰ ਇਹ ਦੱਸਿਆ ਵੀ ਰਾਜਨ ਤੂੰ ਕਹਿੰਦਾ ਸੀ ਨਾ ਲੇਖ ਨਹੀਂ ਮਿਟਦਾ ਹੈ, ਜੋ ਲਿਖਤਾ ਕਰਤਾਰ ਨੇ ਵਿਧਾਤਾ ਨੇ ਲਿਖ ਦਿੱਤਾ ਹੈ। ਲੇਖ ਮਿਟਦਾ ਹੈ, ਪਰ ਜੇ ਇਸ ਪਾਸੇ ਚੱਲੇ ਤੈਂ ਜੋ 1 ਲੱਖ ਰੁਪਇਆ ਦਾਨ ਕੀਤਾ, ਦਰਸ਼ਨ ਮੇਲੇ ਵਾਸਤੇ ਚੱਲ ਕੇ ਆਇਆ, ਉਹ ਬੇਅਰਥ ਨਹੀਂ ਗਿਆ। ਹਾਂ, ਉਸ ਦਾ ਫਲ ਤੈਨੂੰ ਇਹ ਮਿਲਿਆ ਹੈ। ਇੱਕ ਜਨਮ ਤੈਂ ਮੰਗੀਆਂ ਦੇ ਘਰ ਦੇ ਧਾਰ ਕੇ 60 ਸਾਲ ਦੁੱਖ ਤਕਲੀਫਾਂ ਉਠਾਉਣੀਆਂ ਸਨ, ਉਹ ਤੇਰੀਆਂ ਸੁਪਨੇ ਵਿੱਚ ਹੀ ਕੱਟੀਆਂ ਗਈਆਂ। ਸ਼ਮੀਰ ਨੂੰ ਗੁਰੂ ਜੀ ਨੇ ਕਿਤਨੇ ਜਨਮ ਭੁਗਤਾਏ ਸਨ, ਬੜੀਆਂ ਮਿਸਾਲਾਂ ਆਈਆਂ ਜੀ। ਸੋ ਇਸ ਕਰਕੇ ਇੱਥੇ ਰਾਜਾ ਜਨਕ ਨੂੰ ਅਸ਼ਟਾਵਕਰ ਜੀ ਕਹਿੰਦੇ ਹਨ, ਰਾਜਨ 8 ਸਾਲ ਹੋ ਗਏ, ਤੇਰੇ ਮਨ ਦੇ ਉੱਪਰ ਇਸ ਗੱਲ ਦਾ ਗਹਿਰਾ ਅਸਰ ਹੈ, ਪਰ ਕੋਈ ਇਹੋ ਜਿਹਾ ਲੇਖ ਸੀ ਜਿਸ ਕਰਕੇ ਤੇਰਾ ਰਾਜ ਜ਼ਰੂਰ ਖੁੱਸ ਜਾਣਾ ਸੀ, ਪਰ ਤੂੰ ਸੰਤ ਸੇਵੀ ਧਰਮਾਤਮਾ ਨਿਰੰਕਾਰੀ ਜਿਹੇ ਜਿਹੇ ਰਾਜਾਂ ਵਿੱਚ ਚੰਗੇ ਗੁਣ ਚਾਹੀਦੇ, ਪ੍ਰਜਾ ਪਾਲਕ ਆਦਿ ਉਹ ਪਾਏ ਜਾਂਦੇ ਹਨ। ਇਸ ਕਰਕੇ ਉਹਨਾਂ ਨੇ
तेरा सुपने विच ही भुगताता, पर 8 साल तेरे मन के उपर उहदा असर जरूर रहा। इन्नी गल सारी संगत जो अष्टावक्र ने कही। राजा जनक चाहुंदा सी मैं उसनूं गुरु धारण करांगा, जिहड़ा इतनी जल्दी मैनूं ज्ञान कर दे। घोड़े के रकाब विच पैर पाया, वो काठी ते बैठदियां इतनी जल्दी ज्ञान कर दे, मैं उसनूं गुरु धारण करांगा। हो सकता है अगर उत्तम अधिकारी हो शासन कोई आश्चर्य बात नहीं। राजे ने कहा चंगा, अगर तू ऐसा चाहना है चल इं कर, घोड़ी की रकाब पैर पा के खा। ऐसा ही किया। उस तो पहला कह लगे हूँ दस, जिसने गुरु धारण करना होंगे उसने गुरु की दक्षिणा की देनी होंगी है। ये दस शास्त्र की कहता है। कहने तन मन धन सब सौंप गुर को हुक्म मनीए पाइए। तन मन धन गुरु की भेंट चाढ़ दिए तां जाके प्रभु प्राप्ति हुंदी है। गुरां नूं मना लिए तन मन धन दे के, गुरां नूं मना लिए तन मन धन दे के, गुरां नूं मना लिए राजे जनक नूं पुछया अगर तू ज्ञान चाहना है कि हम दस गुरु दक्षिणा की हुंदी है। शास्त्रकार की कहते हैं, वो कहते हैं तन मन धन सब गुरु की भेंट चाढ़ दो। कहणगे फिर कर अर्पण, तन भी मन भी धन भी। धन दे समेत राज भाग तेरा कुछ नहीं, यदी हंगता छड़। शरीर भी तेरा नहीं, यदी हंगता ते ममता छड़। मन भी तेरा नहीं, मन कहते हैं फुरने नूं, वो भी तेरा नहीं, वो भी हंगता ममता छड़। ये जदों ये भेंट चाढ़तियाँ बाकी अद्धे श्लोक विच उसनूं ज्ञान कर दिता संसार मिथ्या है, आत्मा सत है, जीव आत्मा परमात्मा स्वरूप। अद्धे श्लोक विच शासन उसनूं इन्ना चिर च ज्ञान हो गया सी। वो राजा जनक सी, उत्तम अधिकारी जिहड़ा हुंदा है उसनूं ज्ञान होने वास्ते देर नहीं लगती। जिहड़े कनिष्ठ हैं वो बड़ा वक्त लगता है। इस करके उस राजा जनक की बाबत भाई गुरदास कहते हैं, माया विच उदासी गुरमुख प्यारा, गुरमुख प्यारा। माया विच उदासी गुरमुख प्यारा, गुरमुख
बड़ा राजा जनक है, गुरमुख माया विच उदासी। यूँ औरू कहंदी है भाई बाला, मैं मिथिलापुरी दे विच रहिंदा सी, जिथे दा राजा जनक राजा भी सी और ब्रह्मगियानी भी सी। शासन ये प्रसंग कल फिर इतों शुरू किया जाएगा। हुण गज वज के पहले आनंद साहब विच बोलो सारी संग, उस तो बाद गुरु स्तोत्र विच बोलांगे, फिर अरदास होवेगी, फिर हुक्मनामा सुन के प्रसाद लैके चाले पाउण की खेचल करो। रामकली महला तीजा नंद एक ओंकार सतगुर प्रसाद, नंद पिया सुन मेरी ये माए सतगुर पाया। धन है धन है धन है गुरु नानक साहिब धन है। धन है अंगद साहिब जी धन है।
निवारण हारा दुख हंता सुख रास। ताको विघ्न न को लागै जाकी प्रभ आगे अरदास। एक ओंकार श्री वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर कै गुरु नानक लई ध्याए। फिर अंगद गुर ते अमरदास रामदासे होई सहाय। अर्जन हर गोबिंद नू सिमरो श्री हर राय। श्री हर कृष्ण ध्याईए जिस डिठे सब दुख जाए। तेग बहादुर सिमरिए खर नौ निध आवे धाए। सब थाई होए सहाय। दसवें पातशाह श्री गुरु गोबिंद सिंह साहिब जी सब थाई होए सहाय। श्लोक महला दूजा। आपे जाने करे आप आपे आने रास। तिसे अग्गै नानका खलै कीचै अरदास। सत श्री अकाल पुरख जी का ध्यान तरके खालसा साहिब बोलो जीवा। दसां पातशाहियां दी जो श्री गुरु ग्रंथ साहिब जी दे पाठ। दर्शन दीदार दा ध्यान तरके खालसा साहिब बोलो जीवा। चार साहिबजादे पंज प्यारे 40 मुक्ते पंजां तख्तां सरबत गुरद्वारियां दा ध्यान तरके खालसा साहिब बोलो जीवा। जिन्ना गुरमुखां नाम जपिया बंड छकिया धर्म है सीस दिते। चरखियां ते चढ़े बंद बंद कुटवाए सिदक नहीं हारिया। तिन्ना सचियारियां प्यारियां सिदकवान सिखां दी कमाई दा ध्यान तरके खालसा साहिब बोलो जीवा। सिखां दा मन नीवा मत ऊची मत पत का राखा। आप काल पुरख वाहिगुरु सिखां नू सिखी दान। भरोसा दान दाना सिरदान नाम दान। श्री अमृतसर साहिब जी के दर्शन इशनान। चौंकियाँ झंडे बुंगे जुगो जुग अटल धर्म का जयकार। सच्चे पातशाह सिखी सिद केसां सवासां संग निभावना। हे करना निधान सतगुरु जीओ आप जी दे हजूर दीवान सजाए हन। कीरतन बखियान होए हन। अखर वादा घाटा भुल चुक माफ करना। अगे वास्ते सुध स्पष्ट कीरतन बखियान करन दा वल बख्शो। हे मेहरबान गुरबाणी द्वारा विचारां कीतियां हन। इन्हां दा प्रभाव साडे कलयुगी जीवां दे हिरदियां ते वसाओ। आई संगत दी हाजरी आप जी दे दर ते परवान करो। नामदान सिखी दान भरोसा बख्शो। आप जी दे हजूर कड़ा प्रसादी देग हाजिर है। आप जी भोग लाओ शीत प्रसाद साध संगत को मिले। काम क्रोध लो मोहंकार आदक तो बचा के आप जी दे पवित्र चरण कबलां दी प्रीत बख्शो। सही प्यारे मेलो जिन्ना मिलिया आप जी दा नाम। अठे पहर चित आवे कला वाहिगुरु जी की बरते। धन गुरु नानक नाम चढ़दी कला तेरे भाणे सरबत का। वाहिगुरु जी का खालसा वाहिगुरु जी की बोले सो